ਪਿਆਰ ਕਰਕੇ ਉਸ ਨਾਲ ਇਉਂ ਗੱਲਾਂ ਕਰਦੀ ਹੈ ਜਿਵੇਂ ਉਹਦਾ ਬੱਚਾ ਹੂਬਹੂ ਸਾਰੀ ਗੱਲ ਦਾ ਜਵਾਬ ਦੇ ਰਿਹਾ ਹੋਵੇ। ਹੁਣ ਇੱਥੇ ਗੱਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਹੈ। ਮਹਾਰਾਜ ਜੀ ਦੇ ਤੇ ਨੇਤਰ ਬੋਲ ਰਹੇ ਨੇ, ਮਹਾਰਾਜ ਜੀ ਦੀ ਮੁਸਕਰਾਹਟ ਬੋਲ ਰਹੀ ਹੈ, ਮਹਾਰਾਜ ਜੀ ਦੇ ਚਿਹਰੇ ਦਾ ਖੇੜਾ ਬੋਲ ਰਿਹਾ ਹੈ। ਇਸ ਕਰਕੇ ਜਿਹੜਾ ਵੀ ਘੜੀ ਦੋ ਘੜੀ ਮਹਾਰਾਜ ਜੀ ਦੇ ਨਾਲ ਖੇਡਦਾ ਹੈ ਇਦਾਂ ਮਹਿਸੂਸ ਕਰਦਾ ਹੈ, ਕਿਉਂਕਿ ਬਾਤਾਂ ਹੀ ਅਗੰਮੀ ਨੇ, ਸਤਿਗੁਰੂ ਜੀ ਦੀਆਂ ਬਾਤਾਂ ਹੀ ਨਿਆਰੀਆਂ ਪਿਆਰੀਆਂ ਨੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਕਹਿਣ ਲੱਗੇ ਜਦੋਂ ਦਰਸ਼ਨ ਦਿਦਾਰੇ ਟਿਕਾਣੇ ਸਿਰ ਹੋ ਜਾਣ ਨਾ, ਜਦੋਂ ਦਰਸ਼ਨ ਦਿਦਾਰੇ ਕਰਨ ਵਾਲੇ ਮਨੁੱਖ ਦੇ ਨੇਤਰ ਖੁੱਲ ਜਾਣ, ਫਿਰ ਮਨੁੱਖ ਦੀ ਜਿਹੜੀ ਆਨੰਦ ਦੀ ਅਵਸਥਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਮੁਸਕਰਾਹਟ, ਮਹਾਰਾਜ ਜੀ ਦੇ ਨੇਤਰ ਔਰ ਸਤਿਗੁਰੂ ਸੱਚੇ ਪਾਤਸ਼ਾਹ ਖੇਡ ਰਹੇ ਨੇ। ਇਹਨਾਂ ਦੀ ਖੇਡ ਵੀ ਕਈਆਂ ਦੋਖੀਆਂ ਦੇ, ਕਈਆਂ ਦੁਖੀਆਂ ਦੇ ਦੋਖਾਂ ਨੂੰ ਤੋੜ ਰਹੀ ਹੈ। ਲੋਚਨ ਅਮਲ ਕਮਲ ਦਲ ਜੈਸੇ, ਨਾਸਾ ਤਿਲ ਪਰ ਸੂਨ ਨਹਿ ਵੈਸੇ। ਤੇ ਕਵੀ ਜੀ ਬੜੀ ਪਿਆਰੀ ਗੱਲ ਲਿਖਦੇ ਨੇ, ਕਹਿਣ ਲੱਗੇ ਮਹਾਰਾਜ ਜੀ ਦੀਆਂ ਅੱਖਾਂ ਦੀ ਕਿਆ ਗੱਲ ਕਰੀਏ, ਬੜੀਆਂ ਸੁੰਦਰ ਨੇ, ਇੰਨੇ ਕੋਮਲ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗ ਪੈਰ, ਕਹਿਣ ਲੱਗੇ ਤਿਲ ਦੇ ਫੁੱਲ, ਤਿਲ ਦੇ ਫੁੱਲ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਦੀ ਕੋਮਲਤਾਈ ਦਾ ਮੁਕਾਬਲਾ ਨਹੀਂ ਕਰ ਸਕਦੇ। ਸੁੰਦਰ ਅਲੰਕਾਰ ਕਰਵਾਏ, ਬਿਨ ਦੁਖਣ ਕੈ ਭੂਖਣ ਪਾਏ। ਕਹਿੰਦੇ ਸੁੰਦਰ ਅਲੰਕਾਰ ਕਰਵਾਏ, ਅਲੰਕਾਰ ਕਹਿੰਦੇ ਗਹਿਣਿਆਂ ਨੂੰ। ਕਹਿੰਦੇ ਮਹਾਰਾਜ ਜੀ ਵਾਸਤੇ ਨਾ ਸੋਹਣੇ ਸੋਹਣੇ ਗਹਿਣੇ ਜਿਹੜੇ ਨੇ ਉਹ ਖਾਸ ਤੌਰ ਤੇ ਕਢਵਾਏ ਗਏ ਨੇ। ਜਿੱਦਾਂ ਆਪਾਂ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਇਹ ਕੋਈ ਵਹਿਮ ਨਹੀਂ ਹੈ, ਇਹ ਸਿਰਫ ਪਿਆਰ ਦੀ ਗੱਲ ਹੈ। ਇਸ ਕਰਕੇ ਵਾਰ-ਵਾਰ ਇਹ ਗੱਲ ਵਿੱਚ ਕਹਿਣੀ ਪੈਂਦੀ ਹੈ, ਕਿਉਂਕਿ ਹਰੇਕ ਬੰਦੇ ਦੀ ਸਮਝਣ ਦੀ ਆਪਣੀ ਇੱਕ ਪੱਧਰ ਹੈ। ਹਰੇਕ ਬੰਦੇ ਦਾ ਉਹ ਗੱਲ ਨੂੰ ਕਿਸ ਤਰੀਕੇ ਨਾਲ ਸੁਣਦਾ ਹੈ, ਕਿਸ ਤਰੀਕੇ ਨਾਲ ਸਮਝਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਜਾਂ ਬੋਲਣ ਵਾਲਾ ਜਾਂ ਲਿਖਣ ਵਾਲੇ ਨੇ ਕਿਸ ਵੇਗ ਦੇ ਵਿੱਚ ਆ ਕਰਕੇ ਲਿਖੀ ਜਾਂ ਬੋਲੀ ਹੈ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥਾਂ ਦੇ ਵਿੱਚ ਘੁੰਗਰੂ ਪਾਏ ਜਾਂਦੇ, ਉਹ ਕੜੇ ਇਤਿਆਦਿਕ ਚਾਂਦੀ ਦੇ ਸੋਨੇ ਦੇ ਬਣਾ ਕਰਕੇ ਪਾਏ ਜਾਂਦੇ, ਬੱਚੇ ਦੇ ਲੱਕ ਦੇ ਦੁਆਲੇ ਤੜਾਗੀ ਬੰਨੀ ਜਾਂਦੀ, ਉਹਦੇ ਪੈਰਾਂ ਦੇ ਵਿੱਚ ਵੀ ਜਿਹੜੇ ਘੁੰਗਰੂ ਨੇ ਉਹ ਪਾਏ ਜਾਂਦੇ। ਖੈਰ ਇਹ ਜਿਹੜੀਆਂ ਗੱਲਾਂ ਨੇ, ਪਾਏ ਤਾਂ ਇਹ ਤਾਂ ਜਾਇਆ ਕਰਦੇ ਸੀ ਜਿਵੇਂ ਹੁਣ ਬੇਬੀ ਕੈਮਰੇ ਆਉਂਦੇ ਨੇ ਅੱਜ ਕੱਲ੍ਹ, ਹੁਣ ਇਹ ਚੱਲ ਪਏ, ਘੁੰਗਰੂ ਪਾਉਣ ਦੀ ਲੋੜ ਹੀ ਹੈ ਨਹੀਂ। ਬੇਬੀ ਕੈਮਰੇ ਲੋਕੀ ਆਪਣੇ ਘਰਾਂ ਵਿੱਚ ਲਾ ਕੇ ਰੱਖਦੇ ਨੇ, ਆਪਣੇ ਫੋਨ ਦੇ ਉੱਪਰ ਦੇਖ ਰਹੇ ਨੇ ਕਿ ਮੇਰਾ ਬੱਚਾ ਇਸ ਵੇਲੇ ਕੀ ਕਰ ਰਿਹਾ, ਕਿੱਥੇ ਹੈ, ਉਹ ਟਰੈਕਿੰਗ ਚੱਲਦੀ ਹੈ ਉਹਨਾਂ ਦੀ, ਉਹ ਬੱਚੇ ਦੇ ਚਿਹਰੇ ਨੂੰ ਟਰੈਕ ਕਰਦਾ ਰਹਿੰਦਾ ਸਾਰਾ। ਹੁਣ ਜਿਹੜੇ ਇਹ ਘੁੰਗਰੂ ਜਾਂ ਪੰਜੇਬਾਂ ਆਦਿਕ ਪਾਈਆਂ ਹੁੰਦੀਆਂ ਸੀ, ਇਹ ਟਰੈਕਿੰਗ ਸਿਸਟਮ ਸੀ ਸਾਡਾ, ਵੀ ਬੱਚਾ ਖੇਡਦਾ ਖੇਡਦਾ ਕਿਸੇ ਪੇਟੀ ਦੇ ਨੀਚੇ ਵੜ ਜਾਏ, ਕਿਤੇ ਥਾਂ ਦੇ ਉੱਪਰ ਲੁਕ ਜਾਏ ਜਿੱਥੇ ਉਹਨੂੰ ਮੁੜਨਾ ਔਖਾ ਹੋ ਜਾਏ, ਜਾਂ ਤੇ ਫਿਰ ਉਹਦੀ ਰੋਣ ਦੀ ਜਾਂ ਫਿਰ ਘੁੰਗਰੂਆਂ ਦੀ ਆਵਾਜ਼ ਸੁਣ ਕੇ ਉਹਨੂੰ ਟਰੈਕ ਕੀਤਾ ਜਾਂਦਾ ਸੀ ਵੀ ਇਸ ਪਾਸੇ ਖੇਡਦਾ ਹੋਏਗਾ, ਕਿਉਂਕਿ ਉਹ ਆਪਣੀ ਜ਼ੁਬਾਨ ਨੂੰ ਬੰਦ ਕਰ ਸਕਦਾ ਹੈ, ਪਰ ਘੁੰਗਰੂਆਂ ਦੀ ਆਵਾਜ਼ ਜਾਂ ਪੰਜੇਬਾਂ ਦੀ ਆਵਾਜ਼ ਤੇ ਆਈ ਜਾਂਦੀ ਹੈ। ਔਰ ਦੂਜੀ ਗੱਲ, ਹੱਥਾਂ ਤੇ ਪੈਰਾਂ ਵਿੱਚ ਇਹ ਤਾਂ ਪਾਏ ਜਾਂਦੇ ਸੀ, ਤੜਾਗੀ ਤਾਂ ਬੰਨੀ ਜਾਂਦੀ ਸੀ ਕਿ ਦੇਖਿਆ ਜਾਂਦਾ ਸੀ ਕਿ ਬੱਚਾ ਵੱਧ ਰਿਹਾ, ਵਾਧੇ ਪਿਆ ਹੋਇਆ, ਇਹਨੂੰ ਜਿਹੜੀ ਖੁਰਾਕ ਅਸੀਂ ਦੇ ਰਹੇ ਹਾਂ ਇਹ ਖੁਰਾਕ ਇਸ ਨੂੰ ਲੱਗ ਰਹੀ ਹੈ। ਕਿਉਂਕਿ ਕੜਾ ਜਿਹੜਾ ਹੈ, ਘੁੰਗਰੂ ਜਿਹੜੇ ਨੇ, ਤੜਾਗੀ ਜਿਹੜੀ ਹੈ, ਉਹ ਜਦੋਂ ਬੱਚੇ ਦੇ ਚੁਭਣ ਲੱਗ ਜਾਂਦੀ ਸੀ ਫਿਰ ਉਹਦਾ ਧਾਗਾ ਢਿੱਲਾ ਕਰ ਦਿੱਤਾ ਜਾਂਦਾ ਸੀ, ਉਹਦਾ ਲੱਕ ਤੋਂ ਧਾਗਾ ਢਿੱਲਾ ਕਰ ਦਿੱਤਾ ਜਾਂਦਾ ਸੀ। ਇਸ ਗੱਲ ਦਾ ਪ੍ਰਤੀਕ ਸੀ ਕਿ ਬੱਚੇ ਨੂੰ ਖੁਰਾਕ ਚੰਗੇ ਤਰੀਕੇ ਨਾਲ ਲੱਗ ਰਹੀ ਹੈ। ਬੰਦਾ ਖਾਵੇ ਤੇ ਬਹੁਤ ਕੁਝ, ਪਰ ਉਹਦਾ ਸਰੀਰ ਨਾ ਵਧੇ ਫੁੱਲੇ, ਇਹ ਵੀ ਇੱਕ ਪ੍ਰਕਾਰ ਦੀ ਬਿਮਾਰੀ ਹੈ। ਇਸ ਕਰਕੇ ਇਹਦਾ ਇਲਾਜ ਸਮੇਂ ਸਿਰ ਹੋ ਸਕੇ। ਹੁਣ ਤੇ ਚਲੋ ਸਮਾਂ ਹੀ ਬਹੁਤ ਸਮਰੱਥ ਹੋ ਗਿਆ, ਹੁਣ ਤੇ ਇਹਨਾਂ ਦੀਆਂ ਚੀਜ਼ਾਂ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸਮੇਂ ਦੇ ਉੱਪਰ ਬਹੁਤ ਕੁਝ ਸਾਨੂੰ ਬੱਚਿਆਂ ਦੀ ਕੇਅਰ ਕਰਨ ਵਾਸਤੇ ਬਹੁਤ ਜਿਹੜਾ ਕੁਝ ਪ੍ਰਾਪਤ ਹੋ ਚੁੱਕਿਆ ਹੈ। ਪਰ ਪਿਛਲੇ ਸਮੇਂ ਦੇ ਵਿੱਚ ਇਦਾਂ ਦਾ ਹੀ ਕੁਝ ਹੁੰਦਾ ਸੀ, ਜਿਹੜਾ ਕੋਈ ਗਰੀਬ ਘੁੰਗਰੂ ਨਹੀਂ ਸੀ ਬਣਾ ਸਕਦਾ, ਉਹ ਕਣਕ ਦੇ ਦਾਣੇ ਬੰਨ ਦਿਆ ਕਰਦਾ ਸੀ ਜਾਂ ਖਾਲੀ ਧਾਗਾ ਬੰਨ ਦਿਆ ਕਰਦੇ ਸੀ ਤੜਾਗੀ ਦੇ ਨਾਲ। ਸਿਰਫ ਇਹ ਦੇਖਿਆ ਜਾਂਦਾ ਸੀ ਕਿ ਇਹ ਸਰੀਰ ਕਰਕੇ ਵੱਧ ਰਿਹਾ, ਤੇ ਤੜਾਗੀ ਹੁਣ ਕਹੋਗੇ ਵੀ ਫਿਰ ਹੱਥਾਂ 'ਚ ਜਾਂ ਪੈਰਾਂ 'ਚ ਜਾਂ ਲੱਕ ਦੇ ਦੁਆਲੇ ਬੰਨਣ ਦੀ ਕੀ ਲੋੜ ਹੈ, ਇੱਕ ਥਾਂ ਤੇ ਬੰਨ ਦਿੱਤਾ ਠੀਕ ਹੈ।
ਇਹ ਵੀ ਦੇਖਿਆ ਜਾਂਦਾ ਸੀ ਇਹਦਾ ਕੱਲਾ ਪੇਟ ਤੇ ਨਹੀਂ ਵਧੀ ਜਾਂਦਾ, ਹੱਥ ਪੈਰ ਸਮਾਨ ਮਾਤਰਾ ਵਿੱਚ ਵਧ ਰਹੇ ਨੇ ਨਾ। ਇਹ ਨਹੀਂ ਵੀ ਕੱਲਾ ਪੇਟ ਵਧੀ ਜਾਏ ਤੇ ਬੱਚੇ ਦੇ ਹੱਥ ਪੈਰ ਜਿਹੜੇ ਨੇ ਉਹ ਸੁੱਕੇ ਰਹਿਣ, ਤੇ ਉਹਨੂੰ ਸਮਾਨ ਮਾਤਰਾ ਵਿੱਚ ਇੱਕੋ ਜਿਹਾ ਸਾਰਾ ਸਰੀਰ ਉਹਦਾ ਵਾਧੇ ਰਹੇ। ਇਸ ਕਰਕੇ ਉਹਦੇ ਪੈਰਾਂ 'ਚ, ਹੱਥਾਂ 'ਚ ਤੇ ਲੱਕ ਦੇ ਨਾਲ ਤੜਾਗੀ ਬੰਨ੍ਹ ਦਿੱਤੀ ਜਾਂਦੀ ਸੀ। ਕਵੀ ਜੀ ਕਹਿਣ ਲੱਗੇ ਹੁਣ ਪਟਵਾਰੀ ਦਾ ਪੁੱਤਰ ਹੈ, ਇਸ ਕਰਕੇ ਇਹਨਾਂ ਦੀ ਤੜਾਗੀ ਦੇ ਘੁੰਗਰੂ ਵੀ ਸੋਨੇ ਦੇ ਨੇ, ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਪੈਰਾਂ ਵਿੱਚ ਪਾਈਆਂ ਪੰਜੇਬਾਂ ਸੋਨੇ ਦੀਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਏ ਕੰਗਣੇ ਵੀ ਸੋਨੇ ਦੇ ਸੋਭ ਰਹੇ ਨੇ। ਬਣੀ ਬਾਨ ਜੀ ਕੰਕਣ ਚਾਰੇ, ਕਟ ਮੈਂ ਪਾਈ ਅਤ ਸ਼ਬ ਵਾਰੀ। ਤੇ ਕਹਿਣ ਲੱਗੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਆਮ ਬੱਚਿਆਂ ਦੇ ਹੱਥਾਂ ਵਿੱਚ ਘੁੰਗਰੂ ਪਾਏ ਨੇ, ਉਹ ਖੜਕਾਉਂਦੇ ਨੇ, ਉਹ ਕਿਸੇ ਸੁਰ ਤਾਲ ਵਿੱਚ ਨਹੀਂ ਲੱਗਦੇ, ਪਰ ਇਹ ਅਸੀਮ ਕਿਰਪਾ ਹੈ ਪਾਤਸ਼ਾਹ ਦੀ। ਮਹਾਰਾਜ ਜੀ ਘੁੰਗਰੂ ਵੀ ਇੱਕ ਤਾਲ ਵਿੱਚ ਖੜਕਦੇ ਨੇ, ਔਰ ਮਹਾਰਾਜ ਜੀ ਦੇ ਹੱਥਾਂ ਵਿੱਚ ਪਾਏ ਘੁੰਗਰੂਆਂ ਦੀ ਆਵਾਜ਼ ਵੀ ਕਿਸੇ ਦੇ ਦੁੱਖ ਤੋੜਨ ਦਾ ਕੰਮ ਕਰ ਰਹੀ ਹੈ। ਕਰ ਮੈਂ ਕਟ ਪਦ ਨੂਪਰ ਸੋਹੈ, ਜੋ ਦੇਖੇ ਤਿਸ ਕੋ ਮਨ ਮੋਹੈ। ਹੁਣ ਇਸ ਗੱਲ ਨੂੰ ਬੜੇ ਪਿਆਰ ਨਾਲ ਸਮਝ ਸਕਦੇ ਹਾਂ ਆਪਾਂ ਸਾਰੀ ਗੱਲ ਕਰ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਖੇੜਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਕੋਈ ਵੇਖਦਾ ਹੈ ਉਹ ਵੇਖਦਾ ਹੀ ਰਹਿ ਜਾਂਦਾ ਹੈ। ਔਰ ਸਭ ਤੋਂ ਵੱਡੀ ਗੱਲ, ਜਦੋਂ ਬੱਚਾ ਇਸ ਅਵਸਥਾ ਵਿੱਚ ਹੁੰਦਾ ਉਹ ਲੱਤਾਂ ਪੈਰ ਮਾਰਦਾ, ਹੱਥ ਮਾਰਦਾ ਹੈ, ਕਿਲਕਾਰੀਆਂ ਮਾਰਦਾ, ਚੀਕਾਂ ਮਾਰਦਾ ਹੈ। ਆਮ ਕੋਈ ਚੀਕਾਂ ਮਾਰੇ ਤੇ ਸਾਡਾ ਮਨ ਖਿੱਚਦਾ ਹੈ, ਪਰ ਬੱਚੇ ਦੀ ਕਿਲਕਾਰੀ ਵਿੱਚ ਇੱਕ ਅਸੀਮ ਜਿਹਾ ਰਸ ਹੁੰਦਾ, ਉਹਦੀ ਕਿਲਕਾਰੀ ਵੀ ਕਈ ਵਾਰੀ ਖੇੜਾ ਦੇ ਦਿੰਦੀ ਹੈ, ਉਹਦੀ ਕਿਲਕਾਰੀ ਵਿੱਚ ਵੀ ਆਨੰਦ ਹੁੰਦਾ ਹੈ। ਇਸ ਕਰਕੇ ਕਹਿਣ ਲੱਗੇ ਮਹਾਰਾਜ ਜੀ ਦੀ ਕਿਲਕਾਰੀ, ਮਹਾਰਾਜ ਸੱਚੇ ਪਾਤਸ਼ਾਹ ਘੁੰਗਰੂ ਖੜਕਾ ਰਹੇ ਨੇ, ਮਹਾਰਾਜ ਜੀ ਦੇ ਬਚਨ ਹੀ ਨੇ, ਔਰ ਇਹਨਾਂ ਨੂੰ ਸੁਣ ਸ਼ਰਵਣ ਕਰਕੇ ਸਾਰੇ ਆਨੰਦ ਪ੍ਰਾਪਤ ਕਰਦੇ ਨੇ। ਦੋਏ ਦੋਏ ਦਸਨ ਅਦਰ ਦੁਤ ਹੋਤੇ, ਸੰਪੁਟ ਬੇਦਰਮ ਜੋ ਜੁਗ ਮੋਤੀ। ਕਹਿਣ ਲੱਗੇ ਹੁਣ ਮਹਾਰਾਜ ਜੀ ਐਡੀ ਕੁ ਅਵਸਥਾ ਵਿੱਚ ਆ ਗਏ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੰਦ ਜਿਹੜੇ ਨੇ ਉਹ ਦੋ ਬੁੱਲਾਂ ਦੇ ਹੇਠਾਂ ਦੇਖਣ ਲੱਗ ਪਏ ਨੇ। ਕਵੀ ਜੀ ਦੀ ਲਿਖਣ ਸ਼ੈਲੀ ਕਮਾਲ ਦੀ ਹੈ, ਕਿੱਡੀ ਗਹਿਰਾਈ ਵਿੱਚ ਔਰ ਕਿੱਡੇ ਪਿਆਰ ਵਿੱਚ ਲਿਖਦੇ ਨੇ, ਔਰ ਐਡੀ ਪਿਆਰ ਵਿੱਚ ਲਿਖੇ ਹੋਈ ਬੋਲੀ ਨੂੰ ਸੁਣਨਾ ਵੀ ਪਿਆਰ ਨਾਲ ਪੈਂਦਾ ਹੈ। ਕਹਿਣ ਲੱਗੇ ਏਦਾਂ ਲੱਗਦਾ ਹੈ ਜੁਗਰ ਮੋਤੀ, ਕਹਿਣ ਲੱਗੇ ਜਿਵੇਂ ਕਿਸੇ ਮਹਿੰਗੀ ਡੱਬੀ ਦੇ ਵਿੱਚ ਦੋ ਹੀਰੇ ਜਿਹੜੇ ਨੇ ਉਹ ਬੰਦ ਕੀਤੇ ਹੋਣ, ਤੇ ਜਦੋਂ ਡੱਬੀ ਦਾ ਢੱਕਣ ਖੋਲੀਏ ਤੇ ਉਹ ਹੀਰੇ ਜਿਵੇਂ ਚਮਕਾ ਮਾਰਦੇ ਨੇ। ਜਦੋਂ ਮਹਾਰਾਜ ਜੀ ਆਪਣਾ ਮੁਖ ਖੋਲਦੇ ਨੇ, ਮਹਾਰਾਜ ਜੀ ਦੇ ਦੋਵੇਂ ਦੰਦ ਜਿਹੜੇ ਨੇ ਉਹ ਹੀਰਿਆਂ ਦੇ ਵਾਂਗੂ ਚਮਕਾ ਮਾਰ ਰਹੇ ਨੇ। ਅੰਗਣ ਮੈਂ ਰਿੰਗਣ ਗਤਕਾਰੇ, ਚਰਨਾ ਬੁਝ ਖੈਚਿਤ ਬਲਿਹਾਰੀ। ਕਹਿਣ ਲੱਗੇ ਮਹਾਰਾਜ ਜੀ ਦੀ ਖਿੱਚ ਏਡੀ ਤਕੜੀ ਹੈ, ਮਹਾਰਾਜ ਜੀ ਦਾ ਪ੍ਰਕਾਸ਼ ਏਡਾ ਸੁਭਾਏਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹਨਾਂ ਵੱਲ ਕੋਈ ਵੇਖ ਲੈਂਦਾ ਹੈ, ਇਉਂ ਮੰਨੋ ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦੀ ਹੈ। ਮਹਾਰਾਜ ਜੀ ਦੇ ਨੇਤਰਾਂ ਦਾ ਜਾਦੂ ਸਿੱਖਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਹੈਰਤ ਹੁਸਤ ਹਸਾਵਤ ਔਰੇ, ਕਿਲਕਤ ਮੁਖ ਤੇ ਮਾਧੁਰ ਠੌਰੇ। ਕਹਿਣ ਲੱਗੇ ਮਹਾਰਾਜ ਜੀ ਦੀਆਂ ਬਾਤਾਂ ਹੀ ਬਹੁਤ ਅਸੀਮ ਆਨੰਦ ਵਾਲੀਆਂ ਨੇ। ਜਿਵੇਂ ਕਹਿੰਦੇ ਨੇ ਨਾ, ਕਹਿਣ ਲੱਗੇ ਇੱਕ ਬੱਚਾ ਹੋਵੇ ਤੇ ਕਈ ਸਿਆਣੇ ਹੋਣ, ਇੱਕ ਬੱਚਾ ਕਈ ਸਿਆਣਿਆਂ ਨੂੰ ਵੀ ਨਿਆਣਾ ਬਣਾ ਲੈਂਦਾ ਹੈ ਆਪਣੇ ਨਾਲ ਨਾਲ। ਜਿਵੇਂ ਆਪਾਂ ਆਮ ਘਰਾਂ ਵਿੱਚ ਵੇਖਦੇ ਹਾਂ, ਲੋਕੀ ਉਹਨੂੰ ਬੁਲਾਉਂਦੇ, ਇੱਥੇ ਹੀ ਕੋਈ ਬੱਚਾ ਆ ਜਾਏ, ਸ਼ਰਾਰਤੀ ਨਾ ਹੋਵੇ, ਉਦਾਂ ਆਪਣੀ ਖੇਡ ਵਿੱਚ ਮਸਤ ਹੋਵੇ, ਲੋਕੀ ਆਪਾਂ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ, ਆਪਾਂ ਹੀ ਉਹਨੂੰ ਹੱਥ ਦੇ ਕੇ ਗੋਦੀ ਚੁੱਕਣ ਨੂੰ ਕਰ ਲੈਂਦੇ ਆ। ਇਹ ਬੱਚੇ ਦਾ ਲਾਡ ਪਿਆਰ ਹੈ। ਹੁਣ ਗੱਲ ਹੋ ਰਹੀ ਹੈ ਨਿਰੰਕਾਰ ਦੀ, ਗੱਲ ਹੋ ਰਹੀ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ। ਉਹ ਬੱਚਾ ਜਿਹੜਾ ਸਾਡਾ ਜਾਣਕਾਰ ਨਹੀਂ ਹੈ, ਕਿਸੇ ਮਾਂ ਦੀ ਗੋਦੀ ਵਿੱਚ ਬੱਚਾ ਚੁੱਕਿਆ ਹੋਵੇ, ਉਹਦਾ ਮੁਖ ਇੱਧਰ ਨੂੰ ਹੋਵੇ, ਅਸੀਂ ਬਾਏ ਚਾਂਸ ਪਿੱਛੇ ਖੜੇ ਹੋਈਏ, ਲੋਕੀ ਉਹਦੇ ਨਾਲ ਇਸ਼ਾਰੇ ਕਰਕੇ ਗੱਲਾਂ ਕਰਨ ਲੱਗ ਪੈਂਦੇ ਨੇ। ਆਮ ਜੀਆਂ ਗੱਲਾਂ ਨੇ। ਆਪਾਂ ਕਿਤੇ ਬਾਜ਼ਾਰ ਜਾਈਏ, ਭੀੜ ਭੜਕੇ ਜਾਈਏ, ਗੱਡੀ ਵਿੱਚ ਕਿਸੇ ਬੱਚੇ ਨੂੰ ਬੈਠਿਆਂ ਨੂੰ ਵੇਖੀਏ, ਲੋਕੀ ਆਮ ਹੀ ਉਹਨਾਂ ਨਾਲ ਗੱਲਾਂ ਕਰਨ ਲੱਗ ਪੈਂਦੇ ਨੇ। ਹੁਣ ਇੱਕ ਆਮ ਬੱਚੇ ਨਾਲ ਜਿਹਦੇ ਨਾਲ ਸਾਡੀ ਕੋਈ ਪਛਾਣ ਨਹੀਂ ਹੈ, ਅਸੀਂ ਉਹਦੇ ਨਾਲ ਗੱਲਾਂ ਕਰਦੇ ਹਾਂ। ਸੋਚੋ, ਨਿਰੰਕਾਰੀ ਅਵਤਾਰ, ਉਹ ਖੁਦਾਵੰਦ, ਉਹ ਮਿਹਰਬਾਨ,
ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਇਸ ਅਵਸਥਾ ਵਿੱਚ ਹੋਣਗੇ ਤੇ ਜਿਹੜੇ ਲੰਘਦੇ ਟੱਪਦੇ ਨੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇੱਕ ਵਾਰੀ ਮਨ ਦੀ ਬਾਤ ਨੂੰ ਸਾਂਝਾ ਕਰਕੇ ਜਾਂਦੇ ਨੇ। ਬੋਲੇ ਬਚਨ ਤੋਤਰੇ ਮਿੱਠੇ, ਸੁਣ ਹੈ ਨਾਰ ਨਰ ਲੱਗ ਹੈ ਇਠੇ। ਕਹਿਣ ਲੱਗੇ ਬੱਚਾ ਜਿਵੇਂ ਤੋਤਲੀ ਆਵਾਜ਼ ਦੇ ਵਿੱਚ ਬੋਲਦਾ ਹੈ, ਇੱਥੇ ਕਵੀ ਜੀ ਕਹਿਣ ਲੱਗੇ ਬੋਲੇ ਬਚਨ ਤੋਤਰੇ ਮਿੱਠੇ। ਕਹਿਣ ਲੱਗੇ ਮਹਾਰਾਜ ਜੀ ਦੇ ਤੋਤਲੇ ਬਚਨ ਵੀ ਬੜੇ ਮਿੱਠੇ ਲੱਗਦੇ ਨੇ। ਆਪਾਂ ਹੁਣ ਇਸ ਗੱਲ ਨੂੰ ਬੰਦਾ ਨੇੜੇ ਸਮਝ ਸਕਦਾ ਜਿਹਨੇ ਨਿਆਣੇ ਖੜਾਏ ਨੇ, ਜਿਹਨੇ ਬੱਚਿਆਂ ਨੂੰ ਖੜਾਇਆ ਨਾ, ਉਹ ਆਪਣੇ ਬੱਚਿਆਂ ਨੂੰ ਯਾਦ ਕਰਕੇ ਵੇਖੋ, ਬੱਚਾ ਨਿੱਕਾ ਜਿਹਾ ਹੋਵੇ, ਤੋਤਲਾ ਜਿਹਾ ਬੋਲਦਾ ਹੋਵੇ, ਸਾਨੂੰ ਸਮਝ ਭਾਵੇਂ ਨਾ ਆਵੇ ਪਰ ਉਹਦੀ ਤੋਤਲੀ ਆਵਾਜ਼ ਹੀ ਸਾਨੂੰ ਬੜੀ ਪਿਆਰੀ ਲੱਗਦੀ ਹੈ। ਵਿਦਵਾਨ ਕਹਿੰਦੇ ਨੇ ਉਹ ਜਦੋਂ ਤੱਕ ਬੱਚਾ ਸਾਡੀ ਸਮਝ ਤੋਂ ਬਿਨਾ ਬੋਲਦਾ ਨਾ, ਜਦੋਂ ਆਪਣੀ ਮਰਜ਼ੀ ਦੇ ਅਨੁਸਾਰ ਬੋਲਦਾ ਹੈ, ਅਸਲ ਵਿੱਚ ਉਹ ਤੋਤਲੇ ਬਚਨ ਵੀ ਨਿਰੰਕਾਰੀ ਬੋਲ ਹੁੰਦੇ ਨੇ। ਇਸ ਕਰਕੇ ਉਹ ਹਰੇਕ ਸੁਣਨ ਵਾਲੇ ਨੂੰ ਪਿਆਰੇ ਲੱਗਦੇ ਨੇ। ਤੁਸੀਂ ਆਮ ਤੌਰ ਤੇ ਵੇਖਿਓ, ਸਾਨੂੰ ਜਦੋਂ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਉਹਦੇ ਬੋਲਾਂ ਤੋਂ ਸਾਨੂੰ ਖਿਝ ਪੈਦਾ ਹੋਣ ਲੱਗ ਪੈਂਦੀ ਹੈ। ਪਰ ਚਲੋ ਮਾਂ ਕਈ ਵਾਰੀ ਬੱਚੇ ਨੂੰ ਸਾਂਭਦਿਆਂ ਸਾਂਭਦਿਆਂ ਖਿਝ ਵੀ ਜਾਂਦੀ ਹੈ, ਮਾਪੇ ਖਿਝ ਵੀ ਜਾਂਦੇ ਨੇ, ਪਰ ਉਹਦੇ ਤੋਤਲੇ ਬਚਨਾਂ ਵਿੱਚ ਵੀ ਇੱਕ ਰਸ ਹੈ। ਹੁਣ ਮੈਂ ਫੇਰ ਬੇਨਤੀ ਕਰਾਂ, ਆਮ ਸਾਡੇ ਘਰਾਂ ਦੇ ਨਿਆਣੇ ਸਾਨੂੰ ਇੰਨੇ ਪਿਆਰੇ ਲੱਗਦੇ ਨੇ। ਆਪਾਂ ਗੱਲ ਕਰ ਰਹੇ ਹਾਂ ਨਿਰੰਕਾਰ ਦੀ, ਆਪਾਂ ਗੱਲ ਕਰ ਰਹੇ ਹਾਂ ਰੱਬ ਦੀ, ਆਪਾਂ ਗੱਲ ਕਰ ਰਹੇ ਹਾਂ ਪਰਮੇਸ਼ਰ ਦੀ। ਪਰਮੇਸ਼ਰ ਜੀ ਜਦੋਂ ਇਦਾਂ ਦੇ ਬਚਨ ਬੋਲਦੇ ਨੇ ਤਾਂ ਸੁਣਨ ਵਾਲੇ ਨੂੰ ਕਿੰਨੇ ਹੀ ਪਿਆਰੇ ਲੱਗਦੇ ਹੋਣਗੇ। ਏਰਤ ਮਾਤ ਤਾਤ ਅਨੁਰਾਗ ਹੈ, ਫਿਰਤ ਭੂਮਿਕਾ ਮਿਰਤ ਕਾ ਲੱਗ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੇ ਜ਼ਮੀਨ ਤੇ ਖੇਡਦੇ ਨੇ, ਕਦੀ ਕੋਈ ਆ ਕੇ ਮਹਾਰਾਜ ਜੀ ਨੂੰ ਗੋਦੀ ਦੇ ਵਿੱਚ ਚੁੱਕ ਲੈਂਦਾ ਹੈ। ਇੱਥੇ ਹੁਣ ਕਿਹਾ ਨਹੀਂ ਕਿਸੇ ਨੂੰ ਜਾ ਰਿਹਾ ਵੀ ਤੂੰ ਮੇਰੇ ਨਿਆਣੇ ਨੂੰ ਖੜਾ, ਤੂੰ ਇਸ ਬੱਚੇ ਨੂੰ 2 ਮਿੰਟ ਵੇਖ, ਸਗੋਂ ਮਾਤਾ ਦੀ ਗੋਦੀ ਵਿੱਚੋਂ ਬੱਚੇ ਨੂੰ ਖਿੱਚ ਖਿੱਚ ਕੇ ਜਿਹੜੀ ਲੋਕੀ ਨੇ ਨਾ ਉਹ ਲੈ ਕੇ ਜਾਂਦੇ ਨੇ। ਸਗੋਂ ਮਾਂ ਡਾਂਟਦੀ ਹੈ, ਮੈਨੂੰ ਦੁੱਧ ਪਿਆ ਲੈਣ ਦਿਓ, ਬੱਚੇ ਨੂੰ ਫੇਰ ਖੜਾ ਲਿਓ। ਇੰਨਾ ਪਿਆਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਾਲ ਏਡੀ ਕੁ ਉਮਰ ਦੇ ਵਿੱਚ ਤਲਵੰਡੀ ਦੇ ਲੋਕਾਂ ਦਾ ਪੈ ਗਿਆ। ਹੁਣ ਪਟਵਾਰੀ ਦੇ ਘਰ ਵਿੱਚ ਅੱਗੇ ਲੋਕੀ ਆਉਣ ਲੱਗਿਆਂ ਡਰਦੇ ਸੀ, ਪਟਵਾਰੀ ਦਾ ਘਰ ਹੈ, ਪਤਾ ਨਹੀਂ ਕੀ ਹੁਕਮ ਲੱਗ ਜਾਣਾ ਹੈ, ਇਸ ਕਰਕੇ ਨਾ ਹੀ ਜਾਈਏ ਚੰਗਾ ਹੈ। ਪਰ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਖਿੱਚ ਐਸੀ ਹੈ, ਬਿਨਾਂ ਕੰਮ ਤੋਂ ਸਿਰਫ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਲ ਦੋ ਪਲ ਘੜੀ ਵਾਸਤੇ ਆਪਣੀ ਗੋਦ ਵਿੱਚ ਚੁੱਕਣ ਵਾਸਤੇ ਹੀ ਲੋਕੀ ਖਾਸ ਮਹਾਰਾਜ ਜੀ ਦੇ ਘਰ ਵਿੱਚ ਚੱਲ ਕੇ ਆਉਂਦੇ ਨੇ। ਐਡਾ ਪਿਆਰ ਪੈ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ। ਹੁਣ ਅਗਲੀ ਗੱਲ ਇਹ ਹੈ ਵੀ ਪਤਾ ਨਹੀਂ ਕਿਸੇ ਨੂੰ ਹੈ ਇਸ ਚੀਜ਼ ਦਾ, ਪਤਾ ਕਿਸੇ ਨੂੰ ਨਹੀਂ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਬੋਲਾਂ ਰਾਹੀਂ ਅੱਗੇ ਅਸੀਮ ਕਿਰਪਾ ਵਰਤਾਉਣੀ ਹੈ। ਤੇ ਕਹਿਣ ਲੱਗੇ ਇਦਾਂ ਹੀ ਖੇਡਦਿਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਉਮਰ ਦੇ ਪੰਧ ਵਿੱਚ ਵੱਡੇ ਹੁੰਦੇ ਜਾ ਰਹੇ ਨੇ। ਦੋਹਰਾ ਚਗਲੀ ਚੀਨ ਨਵੀਨ ਪੋਨ, ਪਹਿਰਾਈ ਤਨ ਤਾਤ, ਪੈ ਕੋ ਪਾਨ ਕਰਾਏ ਕੈ, ਪੌਡਾਈ ਕਰਮਾਤ। ਤੇ ਕਹਿਣ ਲੱਗੇ ਝਗਲੀ ਝਵੀਨ ਨਵੀਨ ਪੁਨ। ਝਗਲੀ ਕਹਿੰਦੇ ਨੇ ਝੱਗੇ ਨੂੰ, ਕਹਿਣ ਲੱਗੇ ਮਹਾਰਾਜ ਜੀ ਵਾਸਤੇ ਨਿਤ ਨਵੇਂ ਝੱਗੇ ਜਿਹੜੇ ਨੇ, ਵਸਤਰ ਨੇ ਜਿਹੜੇ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਵਾਏ ਜਾਂਦੇ ਨੇ। ਵਾਰ-ਵਾਰ ਮਹਾਰਾਜ ਜੀ ਖੇਡਦੇ ਉਹਨਾਂ ਵਸਤਰਾਂ ਨੂੰ ਜਦੋਂ ਹੀ ਗੰਦਾ ਹੋ ਜਾਂਦਾ ਹੈ, ਤਿਉਂ ਹੀ ਮਹਾਰਾਜ ਜੀ ਵਾਸਤੇ ਨਵਾਂ ਵਸਤਰ ਬਣਾ ਦਿੱਤਾ ਜਾਂਦਾ ਹੈ। ਚੌਪਈ ਜੁਗਲ ਘਟੀ ਪਲਣਾ ਪਰ ਸੋਏ, ਜਾਗੇ ਬਹੁਰ ਸੁਚੇਤਨ ਹੋਏ। ਤੇ ਕਹਿਣ ਲੱਗੇ ਹੁਣ ਜਿਵੇਂ ਮਹਾਰਾਜ ਦੇ ਬਚਨ ਨੇ, ਕਹਿਣ ਲੱਗੇ ਗੁਰੂ ਨਿਰੰਕਾਰ ਕਦੇ ਸੌਂਦਾ ਨਹੀਂ ਹੈ, ਰੱਬ ਨਹੀਂ ਕਦੇ ਸੌਂਦਾ। ਅਸੀਂ ਮਨੁੱਖ ਵਾਰੋ ਵਾਰੀ ਸੌਂ ਜਾਂਦੇ ਆ, ਪਰ ਨਿਰੰਕਾਰ ਹਰ ਵੇਲੇ 24 ਘੰਟੇ ਉਹ ਆਪਣੇ ਕੰਮ ਦੇ ਉੱਪਰ ਹੈ। ਨਿਰੰਕਾਰ ਕਦੇ ਨਹੀਂ ਸੌਂਦਾ, ਕਿਉਂਕਿ ਜੇ ਨਿਰੰਕਾਰ ਸੌਂ ਗਿਆ ਤੇ ਇੱਕੋ ਸੈਕਿੰਡ ਦੇ ਵਿੱਚ ਧਰਤੀ ਜਿਹੜੀ ਆ ਉਹ ਡਾਵਾਂ ਡੋਲ ਹੋ ਜਾਣੀ ਹੈ। ਕਈ ਇਦਾਂ ਦੀਆਂ ਹੋਰ ਵੀ ਡਿਵਾਈਸ ਨੇ ਜਿਹੜੇ 24 ਘੰਟਿਆਂ ਲਗਾਤਾਰ ਜਿਹੜੇ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ। ਅੱਜ ਦੇ ਸਮੇਂ ਵਿੱਚ ਸਮਝਣ ਵਾਸਤੇ ਇੰਟਰਨੈਟ ਹੈ ਜਿਹੜਾ, ਇਹ ਬੇਸਿਕਲੀ ਅਮਰੀਕਾ ਤੋਂ ਇਹ ਰਨ ਹੁੰਦਾ। ਜਿੰਨਾ ਵੀ ਆਪਣੇ ਕੋਲ ਇੰਟਰਨੈਟ ਹੈ, ਆਪਣੀਆਂ ਸਮੁੰਦਰ ਵਿੱਚੋਂ ਵੱਡੀਆਂ ਵੱਡੀਆਂ ਵਾਇਰਾਂ ਤਾਰਾਂ ਜਿਹੜੀਆਂ ਨੇ ਆਪਣੇ ਕੋਲੇ ਵਾਇਰ ਇੱਥੇ ਪਹੁੰਚਦਾ, ਫਿਰ ਇਹ ਵਾਇਰ ਜਿੱਦਾਂ
ਗੁਜਰਾਤ ਵਿੱਚ ਇਹਦੀ ਲੋਡਿੰਗ ਹੁੰਦੀ ਹੈ, ਉਤੋਂ ਫਿਰ ਕੰਪਨੀਆਂ ਦੇ ਥਰੂ ਇਹ ਆਪਣੇ ਘਰਾਂ ਵਿੱਚ ਪਹੁੰਚਦਾ ਹੈ ਤੇ ਕੋਈ ਬਹੁਤ ਵੱਡੀ ਖੇਡ ਆ, ਪਰ ਆਪਾਂ ਨੂੰ ਦੇਖੋ ਇੱਥੇ ਬੋਲਿਆ ਹੁਣ 35-40 ਸਕਿੰਟਾਂ ਵਿੱਚ ਤੁਹਾਡੀ ਸਕਰੀਨ ਦੇ ਉੱਪਰ ਆ ਜਾਣਾ, ਇੰਨਾ ਕੁ ਫਰਕ ਹੈ ਇਹਦੇ ਵਿੱਚ। ਪਰ ਜੇ 1 ਸੈਕਿੰਡ ਵਾਸਤੇ ਵੀ ਹੁਣ ਦੇ ਸਮੇਂ ਵਿੱਚ ਇੰਟਰਨੈਟ ਰੁਕ ਜਾਏ ਤਾਂ ਲੱਖਾਂ ਕਰੋੜਾਂ ਦਾ ਨੁਕਸਾਨ ਪੂਰੇ ਜਿਹੜਾ ਆਪਾਂ ਕਹ ਲਈਏ ਸੰਸਾਰ ਵਿੱਚ ਹੋ ਜਾਏਗਾ, ਸਿਰਫ 1-2 ਸਕਿੰਟ ਨੈਟ ਰੁਕਣ ਦੇ ਨਾਲ, ਕਿਉਂਕਿ ਸਾਰਾ ਕੁਝ ਇਹਦੇ ਥਰੂ ਚੱਲ ਰਿਹਾ ਨਾ। ਇਦਾਂ ਹੀ ਨਿਰੰਕਾਰ ਦੇ ਥਰੂ ਤੇ ਸਾਰਾ ਜਹਾਨ ਹੀ ਚੱਲ ਰਿਹਾ, ਬ੍ਰਹਿਮੰਡ ਚੱਲ ਰਿਹਾ ਹੈ। ਇਹ ਹਵਾ, ਇਹ ਪਾਣੀ, ਇਹ ਪੌਣ, ਸਭ ਕੁਝ ਨਿਰੰਕਾਰ ਦੇ ਹੁਕਮ ਵਿੱਚ ਹੈ। ਕਹਿਣ ਲੱਗੇ ਨਿਰੰਕਾਰ ਨਹੀਂ ਸੌਂਦਾ, ਸਤਿਗੁਰ ਜਿਹੜਾ ਹੈ ਉਹ ਜਾਗਦਾ ਹੈ ਹਮੇਸ਼ਾ। ਇਸ ਕਰਕੇ ਮਾਂ ਪੰਘੂੜੇ ਦੇ ਵਿੱਚ ਪਾ ਜਾਂਦੀ ਹੈ ਇਹ ਸੋਚ ਕੇ ਮੈਂ ਆਪਣੇ ਬੱਚੇ ਨੂੰ ਸਵਾ ਦਿੱਤਾ, ਪਰ ਜਿਉਂ ਹੀ ਨਜ਼ਰ ਘੁਮਾ ਕੇ ਵੇਖਦੀ ਹੈ ਉਹਨੂੰ ਹਰ ਵੇਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਾਗਦੇ ਹੀ ਮਿਲਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਾਂ ਨੂੰ ਇਹੋ ਸਮਝ ਨਹੀਂ ਪੈ ਰਹੀ ਕਿ ਮੈਂ ਸਵਾ ਕੇ ਜਾਨੀ ਆ, ਇਹ ਇੱਕੋ ਜਦੋਂ ਹੀ ਪਲ ਬਾਅਦ ਗਰਦਨ ਘੁਮਾਉਣੀ ਆ ਤੇ ਫੇਰ ਅੱਖਾਂ ਖੋਲ ਕੇ ਪੈਂਦਾ ਹੈ। ਹੁਣ ਮਾਂ ਆਪਣੀ ਥਕਾਵਟ ਵਿੱਚ ਸੌਂ ਜਾਂਦੀ ਹੈ, ਜਿਵੇਂ ਆਮ ਤੌਰ ਤੇ ਹੁੰਦਾ ਹੈ, ਮਾਂ ਨੂੰ ਥਕਾਵਟ ਹੁੰਦੀ ਹੈ, ਮਾਂ ਸੌਂ ਜਾਂਦੀ ਹੈ, ਕਈ ਵਾਰੀ ਬੱਚਾ ਨਾਲ ਪਿਆ ਇਕੱਲਾ ਹੀ ਖੇਡਦਾ ਰਹਿੰਦਾ ਹੈ। ਹੁਣ ਇਹ ਮੈਂ ਫੇਰ ਬੇਨਤੀ ਕਰਦਿਆਂ, ਜਿਨ੍ਹਾਂ ਨੇ ਨਿਆਣੇ ਇਸ ਢੰਗ ਨਾਲ ਨਹੀਂ ਖੜਾਏ ਨਾ, ਉਹ ਇਸ ਗੱਲ ਨੂੰ ਨਹੀਂ ਸਮਝ ਸਕਦੇ। ਇਸ ਗੱਲ ਨੂੰ ਸਿਰਫ ਪਰਿਵਾਰ ਵਾਲਾ ਜਿਹੜਾ ਮਨੁੱਖ ਆ ਉਹ ਸਮਝ ਸਕਦਾ ਹੈ। ਖਾਸ ਤੌਰ ਤੇ ਉਹ ਮਾਵਾਂ ਸਮਝ ਸਕਦੀਆਂ ਨੇ ਜਿਨ੍ਹਾਂ ਨੇ ਬੱਚੇ ਇਸ ਢੰਗ ਨਾਲ ਪਾਲੇ ਨੇ। ਮਾਤਾ ਪਿਤਾ ਦੋਵੇਂ ਕਈ ਵਾਰੀ ਸੌਂ ਜਾਂਦੇ ਨੇ, ਬੱਚਾ ਇਕੱਲਾ ਹੀ ਉੱਠ ਕੇ ਰਾਤ ਨੂੰ ਖੇਡਣ ਲੱਗ ਪੈਂਦਾ ਹੈ। ਇਦਾਂ ਕਹਿਣ ਲੱਗੇ ਮਾਂ ਆਪਣੇ ਵੱਲੋਂ ਮਹਾਰਾਜ ਨੂੰ ਸਵਾ ਦਿੰਦੀ ਹੈ, ਪਰ ਫਿਰ ਜਦੋਂ ਹੀ ਉਹਦੀ ਅੱਖ ਖੁੱਲਦੀ ਹੈ, ਜਦੋਂ ਹੀ ਗਰਦਨ ਘੁਮਾ ਕੇ ਵੇਖਦੀ ਹੈ, ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਗਦਿਆਂ ਹੀ ਵੇਖਦੀ ਹੈ। ਲੱਗੇ ਬਾਲ ਲੀਲਾ ਪੁਨ ਕਰਨੇ, ਪਕ ਰਹੇ ਪਰਨਾ ਹੋਏ ਪਗ ਪਰਨੇ। ਔਰ ਦੂਸਰੀ ਗੱਲ, ਜਿਹੜਾ ਮਹਾਰਾਜ ਜੀ ਦਾ ਸੌਣਾ ਹੁੰਦਾ ਹੈ ਉਹ ਸੁਚੇਤ ਅਵਸਥਾ ਦੇ ਵਿੱਚ ਸੌਣਾ ਹੁੰਦਾ ਹੈ, ਭਾਵ ਕਿ ਸਰੀਰ ਨੂੰ ਆਰਾਮ ਦਿੱਤਾ ਜਾਂਦਾ ਹੈ, ਪਰ ਜਿਹੜਾ ਅੰਤਰੀਵ ਤਲ ਹੈ ਉਹ ਕਦੇ ਨਹੀਂ ਸੌਂਦਾ ਹੁੰਦਾ। ਜਿਵੇਂ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਰਾਮ ਅਵਸਥਾ ਵਿੱਚ ਨੇ, ਭਾਈ ਮਾਨ ਸਿੰਘ ਆਏ, ਮਹਾਰਾਜ ਜੀ ਨੇ ਇੱਕੋ ਦਮ ਆਪਣੇ ਤੇਗੇ ਨੂੰ ਹੱਥ ਪਾਇਆ ਤੇ ਆਵਾਜ਼ ਦਿੱਤੀ, ਕੌਣ? ਭਾਈ ਮਾਨ ਸਿੰਘ ਕਹਿਣ ਲੱਗੇ, ਮਹਾਰਾਜ ਏਡੇ ਥੱਕੇ ਹੋਏ ਹੋ ਤੁਸੀਂ, ਤੁਹਾਡੇ ਚਰਨ ਜਿਹੜੇ ਨੇ ਉਹਨਾਂ ਵਿੱਚੋਂ ਖੂਨ ਵਗ ਰਿਹਾ ਹੈ, ਇੰਨਾ ਸਫ਼ਰ ਤੁਸੀਂ ਕੀਤਾ ਹੈ, ਪਰ ਫੇਰ ਵੀ ਮਹਾਰਾਜ ਤੁਸੀਂ ਇੱਕੋ ਦਮ ਉੱਠ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸਲ ਦੇ ਵਿੱਚ ਗੱਲ ਇਹ ਹੈ, ਗੁਰੂ ਸੌਂਦਾ ਹੈ ਤੇ ਉਹ ਸੁਚੇਤ ਅਵਸਥਾ ਵਿੱਚ ਸੌਂਦਾ ਹੈ, ਉਹਨੂੰ ਇੱਕੋ ਜਿਹੜਾ ਹਵਾ ਦਾ ਫੋਰ ਦਾ ਵੀ ਉਹਦੇ ਨਾਲ ਵੀ ਜਾਗ ਆ ਜਾਣੀ ਹੈ। ਇੱਥੇ ਕਵੀ ਜੀ ਕਹਿਣ ਲੱਗੇ, ਇਦਾਂ ਹੀ ਮਹਾਰਾਜ ਵੱਡੇ ਹੁੰਦੇ ਜਾ ਰਹੇ ਨੇ, ਇਸ ਅਵਸਥਾ ਵਿੱਚ ਪਹੁੰਚ ਗਏ ਨੇ ਜਦੋਂ ਬੱਚਾ ਜਿਹੜਾ ਹੈ ਉਹ ਕਿਸੇ ਚੀਜ਼ ਦੇ ਸਹਾਰੇ ਨੂੰ ਫੜ ਕੇ ਜਿਹੜਾ ਹੈ ਉਹ ਖੜਾ ਹੋਣ ਲੱਗ ਪੈਂਦਾ ਹੈ। ਇਥੋਂ ਪਹਿਲਾਂ ਮੈਂ ਦੰਦਾਂ ਦੀ ਗੱਲ ਕੀਤੀ ਹੈ, ਕੋਈ ਇਤਰਾਜ਼ ਕਰ ਸਕਦਾ ਹੈ, ਇਹ ਉਮਰ ਦੇ ਜਿਹੜੇ ਪੰਧ ਨੇ ਆਮ ਇਨਸਾਨ ਤੇ ਲਾਗੂ ਹੁੰਦੇ ਨੇ, ਪਰ ਗੁਰੂ ਪਰਮੇਸ਼ਰ ਤੇ ਨਹੀਂ ਹੈ। ਇੰਟਰਨੈਟ ਤੇ ਤੁਸੀਂ ਪੜ੍ਹ ਸਕਦੇ ਹੋ, ਬੜੇ ਬੱਚੇ ਇਦਾਂ ਦੇ ਪੈਦਾ ਹੁੰਦੇ ਨੇ ਜਿਹੜੇ ਜੰਮਦੇ ਸਾਰ ਦੰਦ ਲੈ ਕੇ ਪੈਦਾ ਹੁੰਦੇ ਨੇ। ਇਹ ਕੋਈ ਵੱਡੀ ਗੱਲ ਨਹੀਂ ਹੈ। ਕਈ ਬੱਚੇ ਜੰਮਦੇ ਸਾਰ ਹੀ ਲੰਮੇ ਲੰਮੇ ਕੇਸ ਲੈ ਕਰਕੇ ਪੈਦਾ ਹੁੰਦੇ ਨੇ। ਇਦਾਂ ਕਰਕੇ ਮਹਾਰਾਜ ਜੀ ਦੇ ਜਿਹੜੇ ਦੰਦ ਨੇ ਉਹ ਪਹਿਲਾਂ ਆਏ ਨੇ, ਪਰ ਹੁਣ ਮਹਾਰਾਜ ਜੀ ਇਸ ਅਵਸਥਾ ਵਿੱਚ ਪਹੁੰਚ ਗਏ ਨੇ ਉਮਰ ਦੀ, ਜਿਵੇਂ ਬੱਚਾ ਕਿਸੇ ਚੀਜ਼ ਦੇ ਸਹਾਰੇ ਨੂੰ ਫੜ ਕੇ ਤੁਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦਾ ਹੈ। ਇਸ ਉਮਰ ਦੀ ਅਵਸਥਾ ਵਿੱਚ ਮਹਾਰਾਜ ਜੀ ਪਹੁੰਚ ਚੁੱਕੇ ਨੇ। ਸੁੰਦਰਤਾ ਮੰਦਰ ਮੁਖ ਹੈ ਰਹੇ, ਨਰ ਨਾਰੀ ਜਾਵਤ ਮਗ ਕੇ ਰਹੇ। ਤੇ ਕਵੀ ਜੀ ਕਹਿਣ ਲੱਗੇ, ਆਮ ਬੱਚਾ ਕਿਸੇ ਚੀਜ਼ ਨੂੰ ਫੜ ਕੇ ਉੱਠਦਾ ਹੈ ਤੇ ਉਹ ਇੱਕ ਕਦਮ ਪੁੱਟਦਾ ਹੈ ਤੇ ਡਿੱਗ ਜਾਂਦਾ ਹੈ, ਪਰ ਕਹਿਣ ਲੱਗੇ ਅੱਜ ਤੱਕ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਕਿਸੇ ਨੇ ਡਿੱਗਦਿਆਂ ਨਹੀਂ ਸੀ ਵੇਖਿਆ, ਕਿਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੁਰਦਿਆਂ ਹੋਇਆਂ ਕੋਸ਼ਿਸ਼ ਕਰਦਿਆਂ ਮਹਾਰਾਜ ਨੂੰ ਡਿੱਗਦਿਆਂ ਨਹੀਂ ਸੀ ਵੇਖਿਆ। ਉਸ ਵੇਲੇ ਤੇ ਕੋਈ ਗੱਲ ਸਮਝ ਨਹੀਂ ਸਕਿਆ, ਪਰ ਆਪਾਂ ਸਮਝ ਸਕਦੇ ਹਾਂ ਉਹ ਤਾਂ ਨਹੀਂ ਡਿੱਗਿਆ, ਜੇ ਆਪ ਡਿੱਗੇਗਾ ਤੇ ਉਹ ਸਾਨੂੰ ਡਿੱਗਦਿਆਂ ਨੂੰ ਕਿੱਥੋਂ ਉਠਾਏਗਾ। ਉਹਦੀ ਚਾਲ ਸਮਤਲ ਹੈ, ਉਹਦੀ ਚਾਲ ਬਰਾਬਰਤਾ ਦੇ ਵਿੱਚ ਹੈ। ਮਹਿਸੂਸ ਕਰੋ ਉਸ ਥਾਂ ਨੂੰ। ਮਹਾਰਾਜ ਕਿਸੇ ਮੰਜੇ ਦੇ ਪਾਵੇ ਨੂੰ ਬਾਹੀ ਨੂੰ ਹੱਥ ਪਾਉਂਦੇ ਨੇ,
ਘੁੰਗਰੂ ਖੜਕਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਕਦਮ ਚੁੱਕਦੇ ਨੇ, ਪੰਜੇਬਾਂ ਦੀ ਆਵਾਜ਼ ਆਉਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ, ਔਰ ਮਹਾਰਾਜ ਕਿਲਕਾਰੀਆਂ ਮਾਰਦੇ ਨੇ। ਔਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ ਕਿਲਕਾਰੀਆਂ ਸੁਣ ਕੇ ਸਾਰੇ ਜਿਹੜੇ ਨੇ ਉਹ ਆਨੰਦ ਚਿੱਤ ਪ੍ਰਸੰਨ ਹੁੰਦੇ ਨੇ। ਬੋਲ ਬੁਲਾਵਹਿ ਬਚਨਾ, ਗਿਰਾ ਮਵਦਰੇ ਕੀ ਜਨ ਰਚਨਾ। ਕਹਿਣ ਲੱਗੇ ਪਿੰਡ 'ਚ ਔਰਤਾਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਨੇ, ਇਹ ਬੱਚੇ ਨੂੰ ਆਪਾਂ ਕਦੇ ਰੋਂਦਾ ਹੀ ਨਹੀਂ ਵੇਖਿਆ। ਇੱਕ ਦੂਜੇ ਨਾਲ ਉਹਨਾਂ ਨੂੰ ਪਤਾ ਤੇ ਹੈ ਨਹੀਂ ਅਸਲ ਗੱਲ ਦਾ, ਉਹ ਕਹਿੰਦੇ ਆਪਾਂ ਰੋਂਦਾ ਨਹੀਂ ਵੇਖਿਆ। ਉਹ ਦੂਜੇ ਕਹਿੰਦੇ ਨੇ ਆਪਣੇ ਨਿਆਣੇ ਰੋਂਦੇ ਹੁੰਦੇ ਨੇ, ਇਹ ਤਾਂ ਅਮੀਰ ਘਰਾਂ ਦੇ ਨੇ ਸ਼ਾਇਦ ਤਾਂ ਨਹੀਂ ਰੋਂਦੇ। ਪਰ ਉਹਨਾਂ ਨੂੰ ਪਤਾ ਨਹੀਂ ਇਹ ਸਿਰਫ ਹੱਸਣ ਵਾਲਾ ਹੈ, ਰੋਣ ਵਾਲਾ ਨਹੀਂ ਹੈ। ਇਹ ਤੇ ਆਪਣਾ ਆਪ ਵਾਰ ਕੇ ਵੀ ਨਹੀਂ ਰੋਏਗਾ, ਇਹ ਤੇ ਜਦੋਂ 10ਵੇਂ ਜਾਮੇ ਵਿੱਚ ਜਾਏਗਾ ਇਹ ਤੇ ਆਪਣੇ ਜਿਗਰ ਦੇ ਟੋਟਿਆਂ ਨੂੰ ਵਾਰ ਕੇ ਵੀ ਰੋਏਗਾ ਨਹੀਂ। ਇਸ ਕਰਕੇ ਸਿਰਫ ਹੱਸਣ ਵਾਲਾ ਹੈ, ਇਹ ਮੁਸਕਰਾਉਣ ਵਾਲਾ ਹੈ। ਬੀਬੀਆਂ ਭੈਣਾਂ ਆਪਸ ਵਿੱਚ ਗੱਲਾਂ ਕਰਦੀਆਂ ਨੇ, ਕਦੇ ਇਸ ਪਟਵਾਰੀ ਦੇ ਪੁੱਤ ਨੂੰ ਰੋਂਦਿਆਂ ਹੀ ਨਹੀਂ ਵੇਖਿਆ ਆਪਾਂ। ਅਗਲੇ ਕਹਿੰਦੇ ਨੇ ਖੜਾਉਣ ਵਾਲੇ ਬੜੇ ਨੇ, ਛਕਾਉਣ ਵਾਲੇ ਬੜੇ ਨੇ, ਸਾਰਾ ਦਿਨ ਰੱਜਿਆ ਰਹਿੰਦਾ, ਸਾਰਾ ਦਿਨ ਗੋਦਾਂ 'ਚ ਚੜਿਆ ਰਹਿੰਦਾ, ਇਸ ਕਰਕੇ ਸ਼ਾਇਦ ਰੋਂਦਾ ਨਹੀਂ ਹੋਏਗਾ। ਪਰ ਉਹਨਾਂ ਨੂੰ ਪਤਾ ਨਹੀਂ ਹੈ ਇਹ ਤੇ ਜੰਮਦਿਆਂ ਸਾਰ ਨਹੀਂ ਸੀ ਰੋਇਆ, ਹੁਣ ਇਸ ਨੇ ਕੀ ਰੋਣਾ ਹੈ। ਇਹ ਤੇ ਅਸਲ ਦੇ ਵਿੱਚ ਮੁਸਕਰਾਹਟ ਵੰਡਣ ਆਇਆ, ਇਸ ਕਰਕੇ ਇਹ ਚਿਹਰੇ ਤੋਂ ਅੱਖਾਂ ਤੋਂ ਕਦੇ ਰੋਏਗਾ ਨਹੀਂ, ਸਿਰਫ ਹਾਸਾ ਹੀ ਵੰਡੇਗਾ। ਕਹੇ ਪਰਸ ਪਰ ਲੋਕ ਲੁਗਾਏ, ਕਾਲੂ ਭਾਗ ਅਹੇ ਅਦਕਾਏ। ਤੇ ਕਹਿਣ ਲੱਗੇ ਬੱਚਾ ਬੜਾ ਪਿਆਰਾ ਹੈ, ਕਾਲੂ ਦੇ ਚੰਗੇ ਭਾਗ ਨੇ ਜੋ ਵੇਖਣ ਵਿੱਚ ਇੰਨਾ ਸੋਹਣਾ, ਇੰਨੇ ਸੁੰਦਰ ਨੈਣ ਨਕਸ਼ਾਂ ਵਾਲਾ ਇਹਦੇ ਘਰ ਵਿੱਚ ਬੱਚਾ ਪੈਦਾ ਹੋਇਆ ਹੈ। ਜਿਸ ਅਵਾਸ ਸੁਤ ਅਸ ਉਪਜਿਓ, ਸਭ ਬਿਦ ਸੋ ਨਿਹਾਲ ਭਵ ਪਇਓ। ਕਹਿਣ ਲੱਗੇ ਜਿੱਥੇ ਤੱਕ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਲਕਾਰੀਆਂ ਦੀ ਆਵਾਜ਼ ਜਾਂਦੀ ਹੈ, ਮਾਨੋ ਉੱਥੇ ਤੱਕ ਮਹਾਰਾਜ ਜੀ ਨੇ ਆਪਣਾ ਖੇੜਾ ਵਰਤਾ ਰੱਖਿਆ ਹੈ। ਕੰਟਕ ਜਿਉ ਸੁਣ ਕੇ ਬਰਬਾਨੀ, ਰਹੇ ਠਾਂਡ ਟਿਗ ਮਿਰਗਹਿ ਸਮਾਨੇ। ਤੇ ਕਹਿਣ ਲੱਗੇ ਮਹਾਰਾਜ ਇਸ ਅਵਸਥਾ ਵਿੱਚ ਪਹੁੰਚ ਗਏ ਨੇ ਹੁਣ ਉਮਰ ਦੀ। ਤੁਰ ਕੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਲ 2 ਸਾਲ ਦੇ ਹੋਏ, ਇਹ ਤੁਰ ਕੇ ਘਰ ਤੋਂ ਬਾਹਰ ਚਲੇ ਜਾਂਦੇ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਹਰ ਜਾਂਦੇ ਨੇ, ਨਾਲ ਇਹਨਾਂ ਦੇ ਕਈ ਜਿਹੜੇ ਸੇਵਾਦਾਰ ਨੇ ਘਰ ਦੇ ਉਹ ਵੀ ਜਾਂਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਈ ਵਾਰੀ ਜਿਵੇਂ ਬੱਚਾ ਝਕਾਨੀ ਦੇ ਜਾਂਦਾ ਹੈ, ਇਦਾਂ ਕਹਿੰਦੇ ਮਹਾਰਾਜ ਝਕਾਨੀ ਤੇ ਘਰ ਵਾਲਿਆਂ ਨੂੰ ਦੇ ਜਾਂਦੇ ਨੇ। ਪਰ ਮਹਾਰਾਜ ਜੀ ਦੀ ਕਿਲਕਾਰੀ ਵੀ ਇੱਕ ਵੱਖਰੀ ਰਸ ਭਰੀ ਹੈ। ਜਦੋਂ ਮਹਾਰਾਜ ਜੀ ਦੀ ਕਿਲਕਾਰੀ ਗਲੀ ਵਿੱਚ ਕੋਈ ਸੁਣ ਲੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿਦਾਰੇ ਕਰਨ ਵਾਸਤੇ ਲੋਕੀ ਆਪਣੀਆਂ ਖਾਣੇ ਦੀਆਂ ਥਾਲੀਆਂ ਛੱਡ ਕੇ, ਲੋਕੀ ਆਪਣਾ ਕੰਮਕਾਰ ਛੱਡ ਕੇ, ਲੋਕੀ ਆਪਣਾ ਸਭ ਕੁਝ ਭੁੱਲ ਕੇ ਘਰਾਂ ਦੇ ਬੂਹਿਆਂ ਤੋਂ ਬਾਹਰ ਆ ਕੇ ਮਹਾਰਾਜ ਜੀ ਦੇ ਦਿਦਾਰੇ ਕਰਨ ਵਾਸਤੇ ਖਲੋ ਜਾਂਦੇ ਨੇ। ਇਹ ਬਿਦ ਬਾਲਕ ਲੀਲਾ ਕਰਹੇ, ਧਿਆਨ ਜੇ ਤਰਹਿ ਭਵਿਓ ਦੇਹ ਤਰਹੇ। ਕਹਿਣ ਲੱਗੇ ਸੰਗਤ ਜੀ ਇਸ ਤਰੀਕੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਲ ਲੀਲਾ ਕਰ ਰਹੇ ਨੇ। ਇਹ ਬਾਲ ਲੀਲਾ ਦੇ ਕੌਤਕ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਵੀ ਮਹਾਰਾਜ ਜੀ ਉਸ ਮੁੱਢ ਤੋਂ ਹੀ ਮਹਾਰਾਜ ਜੀ ਨੇ ਆਪਣੀ ਜਿਹੜੀ ਕਿਰਪਾ ਹੈ, ਅਗੰਮੀ ਰਸ ਹੈ, ਉਸ ਨੂੰ ਵਰਤਾਉਣਾ ਸ਼ੁਰੂ ਕੀਤਾ ਹੋਇਆ ਹੈ। 5 ਬਰਖ ਕੀ ਹੋਈ ਬੈਸਾ, ਕਰਨ ਲੱਗੇ ਕਾਰਜ ਪੁਨ ਐਸਾ। ਕਹਿੰਦੇ ਹੁਣ ਨਾ ਮਹਾਰਾਜ 5 ਸਾਲਾਂ ਦੇ ਹੋ ਗਏ। 5 ਬਰਖ ਕੋ 5 ਬਰਖ 5 ਸਾਲਾਂ ਦੇ। ਜਦੋਂ ਮਹਾਰਾਜ ਜੀ ਦੀ ਉਮਰ 5 ਸਾਲਾਂ ਦੀ ਹੋ ਗਈ ਨਾ, ਉਦੋਂ ਮਹਾਰਾਜ ਇਦਾਂ ਦੇ ਕਾਰਜ ਕਰਨ ਲੱਗ ਪਏ। ਲਿਆਓ ਆਪਣੇ ਨੇਤਰਾਂ ਦੇ ਵਿੱਚ ਧਿਆਨ ਵਿੱਚ 5 ਕੁ ਸਾਲਾਂ ਦਾ ਉਹ ਨਿਆਰਾ ਪਿਆਰਾ ਬਾਲਕ ਹੈ ਜਿਹਦੇ ਬਾਲ ਬੜੇ ਸੁੰਦਰ ਨੇ, ਬਾਲਾਂ ਦੇ ਵਿੱਚ ਮਹਾਰਾਜ ਦੇ ਘੁੰਘਰਾਲਾਪਣ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਗਹਿਣਿਆਂ ਦੇ ਨਾਲ, ਸੋਹਣੇ ਕੱਪੜੇ ਵਸਤਰਾਂ ਦੇ ਨਾਲ, ਔਰ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਸਰੂਪ ਵਾਲੇ ਨੇ। ਇਦਾਂ ਕਰਕੇ ਮਹਾਰਾਜ ਘਰ ਦੇ ਵਿਹੜੇ ਦੇ ਵਿੱਚ ਔਰ ਘਰ ਤੋਂ ਬਾਹਰ ਵੀ ਚਲੇ ਜਾਂਦੇ ਨੇ, ਔਰ ਸਾਰੇ ਲੱਭਦੇ ਰਹਿੰਦੇ ਨੇ। ਪਰ ਜਿੱਥੇ ਜਾਂਦੇ ਨੇ ਉੱਥੇ ਮਹਾਰਾਜ ਜੀ ਦੇ ਨਾਲ ਨਾਲ ਇਉਂ ਲੱਗਦਾ ਹੈ ਜਿਵੇਂ ਮੇਲਾ ਲੱਗ ਗਿਆ ਹੁੰਦਾ ਹੈ। ਮਹਾਰਾਜ ਜੀ ਨਾਲ ਗੱਲਾਂ ਕਰਨ ਵਾਸਤੇ, ਮਹਾਰਾਜ ਜੀ ਨੂੰ ਘੇਰ ਘੇਰ ਕੇ ਨਾ ਲੋਕੀ ਮਹਾਰਾਜ ਜੀ ਦੇ ਨਾਲ 1-2 ਬਚਨ ਸਾਂਝੇ ਕਰਨ ਵਾਸਤੇ ਕਾਲੇ ਹੋ ਜਾਂਦੇ ਨੇ। ਲੈ ਵਸਤ ਕਰ ਬਾਹਰ ਧਾਵਹਿ,
ਜੋ ਲੇਵਹਿ ਸੋ ਜਾਏ ਗਵਾਵਹਿ। ਆਹ ਗੱਲ ਸੁਣਨ ਵਾਲੀ, ਪਿਆਰ ਵਾਲੀ। ਕਹਿੰਦੇ ਮਹਾਰਾਜ ਨਾ ਜਦੋਂ 5 ਕੁ ਸਾਲਾਂ ਦੇ ਹੋਏ, ਮਹਾਰਾਜ ਪਹਿਲਾਂ ਇੱਕ ਗੇੜਾ ਮਾਰਿਆ ਆਉਂਦੇ ਨਗਰ ਵਿੱਚ। ਜਿੱਥੇ ਕਿਥੇ ਕੋਈ ਰੋਂਦਾ ਹੁੰਦਾ, ਕੋਈ ਲੱਗਦਾ ਨਾ ਮਹਾਰਾਜ ਕੱਪੜੇ ਨਹੀਂ ਹੈ ਕਿਸੇ ਕੋਲੇ, ਮਹਾਰਾਜ ਘਰੇ ਆਉਂਦੇ, ਕਦੇ ਆਪਣੇ ਪਿਤਾ ਦੇ ਕਦੇ ਮਾਤਾ ਦੇ ਕੱਪੜੇ ਚੁੱਕ ਕੇ ਲੈ ਜਾਂਦੇ ਤੇ ਲਿਜਾ ਕਰਕੇ ਉਹਦੇ ਘਰ ਦੇ ਅੱਗੇ ਸੁੱਟ ਦਿਆ ਕਰਦੇ, ਜਿਹੜਾ ਲੋੜਵੰਦ ਹੋਇਆ ਕਰਦਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਘਰ ਦੀਆਂ ਚੀਜ਼ਾਂ ਚੁੱਕ ਲੈਂਦੇ, ਪਤਾ ਕਿਸੇ ਨੂੰ ਲੱਗਦਾ ਨਾ ਔਰ ਰੋਕਦਾ ਨਹੀਂ ਕੋਈ ਮਹਾਰਾਜ ਜੀ ਨੂੰ। ਘਰ ਦੀ ਵਸਤੂ ਚੁੱਕ ਲੈਂਦੇ ਔਰ ਜਿੱਥੇ ਕੋਈ ਲੋੜਵੰਦ ਹੈ ਉੱਥੇ ਜਾ ਕਰਕੇ ਮਹਾਰਾਜ ਉਹਦੇ ਘਰ ਦੇ ਅੱਗੇ ਰੱਖ ਦਿਆ ਕਰਦੇ ਨੇ। ਦੋਹਰਾ ਭਾਜਨ ਭੂਖਣ ਬਸਨ, ਜੇ ਨਿਜ ਨਕੇਤ ਤੇ ਲਿਆ। ਜਾਏ ਨਿਰਸਤ ਹੈ ਜਾਹੇ ਤਹਿ, ਜਾਹੇ ਅਗਾਤ ਦਿਨੇ। ਕਹਿਣ ਲੱਗੇ ਮਹਾਰਾਜ ਨਾ ਆਪਣੇ ਘਰ ਵਿੱਚੋਂ ਭਾਂਡੇ ਲੈ ਜਾਂਦੇ ਨੇ ਚੁੱਕ ਕਰਕੇ, ਕੀਮਤੀ ਵਸਤਾਂ ਲੈ ਜਾਂਦੇ ਨੇ ਚੁੱਕ ਕਰਕੇ, ਔਰ ਕਿਸੇ ਨੂੰ ਇਹ ਸਮਝ ਵੀ ਕੋਈ ਨਹੀਂ ਪੈ ਰਹੀ ਵੀ ਅਸਲ ਵਿੱਚ ਅਸੀਂ ਤੇ ਉਸ ਰੱਬ ਤੋਂ ਮੰਗ ਰਹੇ ਸਾਂ, ਮਹਾਰਾਜ ਸਾਨੂੰ ਥੋੜੀ ਮਾਇਆ ਦੇ ਘਰ ਦੇ ਵਿੱਚ ਆ ਕੰਮ ਕਰਨ ਵਾਲੇ ਨੇ, ਪਰ ਸਾਡੇ ਘਰ ਦੇ ਬੂਹੇ ਤੇ ਮਾਇਆ ਕੌਣ ਰੱਖ ਗਿਆ। ਉਹਨਾਂ ਨੂੰ ਪਤਾ ਨਹੀਂ ਹੈ ਜਿਸ ਨਿਰੰਕਾਰ ਤੋਂ ਤੁਸੀਂ ਮੰਗਿਆ ਹੈ ਨਾ, ਉਹ ਨਿਰੰਕਾਰ ਆਪ ਹੀ ਰੱਖ ਕੇ ਗਿਆ ਹੈ। ਉਹ ਨਿਰੰਕਾਰ ਇਹ ਦਾਤਾਂ ਨੂੰ ਆਪ ਤੁਹਾਨੂੰ ਦੇ ਕਰਕੇ ਗਿਆ ਹੈ। ਆਪਣੇ ਮਨ ਵਿੱਚ ਭਾਵਨਾ ਲੈ ਕਰਕੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਤੁਸੀਂ। ਮਹਾਰਾਜ ਜੀ ਦੀ ਕੈਸੀ ਦਇਆਲਤਾ ਹੈ। ਕਹਿਣ ਲੱਗੇ ਘਰ ਦੇ ਵਿੱਚੋਂ ਮਹਾਰਾਜ ਆਪਣੇ ਘਰ ਚੋਂ ਵਸਤ ਲੈ ਜਾਂਦੇ ਨੇ ਚੁੱਕ ਕੇ, ਪਰ ਜਿਹੜਾ ਲੋੜਵੰਦ ਹੈ ਉਸ ਨੂੰ ਜਾ ਕਰਕੇ ਦੇ ਦੇਣਾ ਕਰਦੇ ਨੇ। ਚੌਪਈ ਕਰਤ ਨਿਰਅਪਰਤ ਇਹ ਬਿਦਕਾਰ, ਦਇਆ ਕਰਨ ਕੋ ਜਿਹ ਵਿਵਹਾਰ। ਕਹਿਣ ਲੱਗੇ ਮਹਾਰਾਜ ਜੀ ਦਾ ਨੇ ਨਿਤ ਦਾ ਕਾਰਜ ਹੈ, ਕੁਝ ਨਾ ਕੁਝ ਚੁੱਕਦੇ ਨੇ ਲੈ ਜਾਂਦੇ ਨੇ, ਪਰ ਕਹਿਣ ਲੱਗੇ ਜਿਉਂ-ਜਿਉਂ ਭਾਂਡਾ ਕੋਈ ਰਸੋਈ ਵਿੱਚੋਂ ਚਲਾ ਜਾਂਦਾ ਹੈ, ਭਾਂਡੇ ਅਸਲ ਵਿੱਚ ਗ੍ਰਹਿਣੀਆਂ ਨੇ ਗਿਣ ਕੇ ਨਹੀਂ ਰੱਖੇ ਹੁੰਦੇ, ਸਿਰਫ ਅੱਖਾਂ 'ਚ ਹੀ ਹੁੰਦੇ ਨੇ ਵੀ ਆਪਣੇ ਕੋਲੇ ਇਹ ਭਾਂਡਾ ਹੈ। ਜਦੋਂ ਹੁਣ ਉਸ ਭਾਂਡੇ ਦੀ ਲੋੜ ਪੈਂਦੀ ਹੈ, ਮਾਂ ਆਪਣੀਆਂ ਸੇਵਕਾਵਾਂ ਨੂੰ ਪੁੱਛਦੀ ਹੈ, ਦਾਸੀਆਂ ਨੂੰ ਪੁੱਛਦੀ ਹੈ ਵੀ ਉਹ ਭਾਂਡਾ ਕਿੱਥੇ ਗਿਆ। ਉਹ ਦੱਸਦੀਆਂ ਨੇ ਉਹ ਤਾਂ ਨਾਨਕ ਜੀ ਲੈ ਗਏ ਸੀ ਚੁੱਕ ਕਰਕੇ। ਤੇ ਮਾਂ ਫਿਰ ਨਾਨਕ ਜੀ ਨੂੰ ਪੁੱਛਦੀ ਹੈ, ਪੁੱਤਰ ਉਹ ਭਾਂਡਾ ਦੱਸ ਤੂੰ ਲੈ ਗਿਆ ਸੀ ਚੁੱਕ ਕਰਕੇ ਪਰ ਵਾਪਸ ਨਹੀਂ ਲੈ ਕੇ ਆਇਆ। ਇੱਕ ਬਾਸੁਰ ਇੱਕ ਭਾਜਨ ਲੀਨਾ, ਰੰਕ ਪਿਖਿਓ ਇੱਕ ਤਾਹੇ ਸੁੱਟ ਦੀਨਾ। ਤੇ ਕਹਿਣ ਲੱਗੇ ਇਦਾਂ ਹੀ ਮਹਾਰਾਜ ਜੀ ਭਾਜਨ ਕਹਿੰਦੇ ਨੇ ਭਾਂਡੇ ਨੂੰ, ਭਾਜਨ ਚੁੱਕ ਲੀਨਾ ਰੰਕ ਦਿਸਿਓ ਤਹਿ ਸੁੱਟ ਦੀਨਾ। ਰੰਕ ਕਹਿੰਦੇ ਨੇ ਗਰੀਬ ਨੂੰ। ਜਦੋਂ ਮਹਾਰਾਜ ਨੂੰ ਕੋਈ ਗਰੀਬ ਦੁਸਿਆ ਉਹਦੇ ਕੋਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਰੱਖ ਦਿੱਤਾ ਹੈ। ਇਹ ਅਗੰਮੀ ਦਾਤ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ। ਔਰ ਸਾਸੀ ਵੀ ਸੰਸਾਰ ਦੇ ਵਿੱਚ ਵਿਚਰਦੇ ਆ ਨਾ, ਸਾਡੀ ਕੋਈ ਮਦਦ ਹੁੰਦੀ ਹੈ, ਨਿਰੰਕਾਰ ਜ਼ਰੂਰੀ ਨਹੀਂ ਹੈ ਸਾਨੂੰ ਉਸ ਪਰਮ ਪੁਰਖ ਦੇ, ਉਸ ਨਿਰਗੁਣ ਸਰਗੁਣ ਸਰੂਪ ਦੇ ਸਨਮੁਖ ਦਿਦਾਰੇ ਹੋਣ, ਪਰ ਉਹ ਨਿਰੰਕਾਰ ਕਈ ਵੇਰਾ ਕਿਸੇ ਦੇ ਵਿੱਚੋਂ ਦੀ ਵਰਤ ਕੇ ਸਾਡੇ ਕੋਲੇ ਪਹੁੰਚ ਜਾਂਦਾ ਹੈ। ਇਹ ਨਿਰੰਕਾਰ ਦੀ ਵਡਿਆਈ ਹੈ। ਸਾਡੇ ਵੀ ਕਾਰਜ ਬਹੁਤ ਐਸੇ ਰੁਕਣ ਵਾਲੇ ਹੁੰਦੇ ਨੇ, ਪੂਰੇ ਨਹੀਂ ਹੁੰਦੇ, ਫਿਰ ਨਿਰੰਕਾਰ ਦੀ ਕਿਸੇ ਵੱਲੋਂ ਸੇਵਾ ਲੱਗਦੀ ਹੈ ਵੀ ਤੁਸੀਂ ਇਸ ਕਾਰਜ ਨੂੰ ਕਰਨਾ ਹੈ। ਸਾਨੂੰ ਖੈਰ ਅਸੀਂ ਉਸ ਚੀਜ਼ ਨੂੰ ਕਈ ਵਾਰੀ ਸਮਝ ਸਕਨੇ ਆ ਤੇ ਕਈ ਵਾਰੀ ਨਹੀਂ ਸਮਝ ਸਕਦੇ, ਅਸੀਂ ਫਿਰ ਧੰਨਵਾਦ ਉਸ ਮਨੁੱਖ ਦਾ ਕਰ ਦਿੰਨੇ ਆ, ਪਰ ਅਸਲ ਵਿੱਚ ਉਹ ਧੰਨਵਾਦ ਉਸ ਮਨੁੱਖ ਦਾ ਨਹੀਂ ਬਣਦਾ, ਉਸ ਮਨੁੱਖ ਨੂੰ ਭੇਜਣ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਹੀ ਬਣਦਾ ਹੈ। ਕਾਰਜ ਉਹ ਹੀ ਕਰਦਾ ਹੈ, ਪਰ ਉਹ ਕਿਸੇ ਦੇ ਵਿੱਚੋਂ ਦੀ ਵਰਤ ਜਾਂਦਾ ਹੈ, ਉਹ ਕਦੀ ਕਿਸੇ ਦੇ ਵਿੱਚੋਂ ਦੀ ਵਰਤ ਜਾਂਦਾ ਹੈ। ਇਸ ਕਰਕੇ ਜੋ ਵੀ ਕਾਰਜ ਹੈ ਇੱਥੋਂ ਤੱਕ ਉਹ ਕੱਲਾ ਬੰਦਿਆਂ ਵਿੱਚੋਂ ਨਹੀਂ, ਤੁਹਾਡੇ ਹੋਣ ਵਾਲੇ ਕਾਰਜ ਉਹ ਪਸ਼ੂ ਪੰਛੀਆਂ ਦੇ ਵਿੱਚੋਂ ਵੀ ਵਰਤ ਕਰਕੇ ਕਰਾ ਜਾਂਦਾ ਹੈ। ਇਦਾਂ ਕਰਕੇ ਨਿਰੰਕਾਰ ਅਕਾਲ ਪੁਰਖ ਦੀ ਸੋਭਾ ਕਹਿਣ ਸੁਣਨ ਤੋਂ ਬਾਹਰ ਹੀ ਹੈ। ਉਹਨੂੰ ਸਮਝਣ ਵਾਸਤੇ ਉਹਦੇ ਜਿੱਡਾ ਜੇਰਾ ਚਾਹੀਦਾ ਹੈ। ਜਿਵੇਂ ਅੱਜ ਦੀ ਉਦਾਹਰਨ ਦੇਣ ਵਾਸਤੇ ਸਾਡੇ ਕੋਲੇ ਡਾਟਾ ਹੋਵੇ, ਮੰਨ ਲਓ ਕਿ 24 GB ਦਾ, ਸਾਡੇ ਕੋਲੇ ਡਾਟਾ ਹੋਵੇ 30 GB ਦਾ, ਬਟ ਆਪਣੇ ਕੋਲੇ ਜਿਹੜਾ ਮੈਮਰੀ ਕਾਰਡ ਹੈ ਉਹ ਹੋਵੇ ਥੋੜਾ 4 GB ਦਾ, 8 GB ਦਾ। ਪਰ ਹੁਣ ਉਹਦੇ ਵਿੱਚ 8 GB ਡਾਟਾ ਤੇ ਸਟੋਰ ਹੋ ਸਕਦਾ ਹੈ, ਪਰ ਜਿਹੜਾ ਵਾਧੂ ਡਾਟਾ ਰਹਿ ਗਿਆ ਉਹ ਨਹੀਂ, ਉਹਦੀ ਸਮਰੱਥਾ ਵਿੱਚ ਆਉਣਾ ਨਹੀਂ ਹੈ। ਇਦਾਂ ਹੀ ਸਾਡਾ ਜਿਹੜਾ ਲੈਵਲ ਹੈ ਨਾ, ਦਿਮਾਗੀ ਪੱਧਰ ਹੈ, ਸੋਚ ਦਾ ਪੱਧਰ ਹੈ, ਉਹ ਬਹੁਤ ਨੀਵਾਂ ਹੈ।
ਉਹਦਾ ਹਲਕਾਪਨ ਹੈ। ਇਸ ਕਰਕੇ ਇਹ ਅਗੰਮੀ ਗੱਲਾਂ ਨੂੰ ਸਮਝਣ ਵਾਸਤੇ ਅਗੰਮੀ ਰਸ ਵਿੱਚ ਜਾਣਾ ਪੈਂਦਾ ਹੈ। ਨਹੀਂ ਤੇ ਸਾਡੇ ਮਨ ਵਿੱਚ ਕਿਉਂ, ਕਿਵੇਂ, ਇਹ ਹੋ ਸਕਦਾ ਹੈ, ਨਹੀਂ ਹੋ ਸਕਦਾ, ਇਹ ਸਵਾਲ ਪੈਦਾ ਹੋ ਸਕਦੇ ਨੇ। ਅਸਲ ਵਿੱਚ ਰੱਬ ਦੇ ਘਰ ਦੀ ਖੇਡ ਦੁਨੀਆ ਦੇ ਗਣਿਤ ਨਾਲ ਨਹੀਂ ਚੱਲਦੀ। ਦੁਨੀਆ ਦਾ ਗਣਿਤ ਤੇ ਕਹਿੰਦਾ 2 ਗੁਣਾ 2 ਸਿਰਫ 4 ਹੋ ਸਕਦੇ ਨੇ, ਪਰ ਰੱਬ ਦੇ ਘਰ ਦਾ ਗਣਿਤ ਕਹਿੰਦਾ ਜਦੋਂ ਗੁਰੂ ਕਿਰਪਾ ਕਰੇਗਾ ਇਹ 2 ਗੁਣਾ 2 5 ਵੀ ਬਣਾ ਦੇਗਾ, ਲੋੜ ਪਏਗੀ 2 ਗੁਣਾ 2 8 ਵੀ ਬਣਾ ਦੇਗਾ। ਚਿੰਤਾ ਨਾ ਕਰ। ਜਿਸ ਨੂੰ ਲੋਕੀ ਕਹਿੰਦੇ ਨੇ ਇਹ ਤੇ ਕਰੂਪ ਹੈ, ਜਿਸ ਨੂੰ ਲੋਕੀ ਕਹਿੰਦੇ ਨੇ ਇਹ ਤੇ ਗੂੰਗਾ ਹੈ, ਬੋਲ ਨਹੀਂ ਸਕਦਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 2 ਗੁਣਾ 2 8 ਵਾਲੀ ਕਿਰਪਾ ਕਰਕੇ ਉਸ ਗੂੰਗੇ ਪਾਸੋਂ ਹੀ ਗੀਤਾ ਦੇ ਅਰਥ ਕਰਾ ਦਿੰਦੇ ਨੇ। ਇਹ ਨਿਰੰਕਾਰ ਦਾ ਘਰ ਹੈ, ਇੱਥੇ ਕੀ ਹੋ ਸਕਦਾ ਹੈ, ਕੀ ਨਹੀਂ ਹੋ ਸਕਦਾ, ਇਹ ਕਹਿਣ ਸੁਣਨ ਤੋਂ ਸਮਰੱਥਾ ਤੋਂ ਬਾਹਰ ਪਰੇ ਦੀਆਂ ਗੱਲਾਂ ਨੇ। ਇਸ ਕਰਕੇ ਇਹਨਾਂ ਨੂੰ ਸਿਰਫ ਜੇ ਮਨ ਵਿੱਚ ਤਰਕ ਬੁੱਧੀ ਕੋਈ ਸਵਾਲ ਪੈਦਾ ਹੁੰਦਾ ਹੈ ਤਾਂ ਉਹਨੂੰ ਵਾਹਿਗੁਰੂ ਆਖ ਕੇ ਠੱਲ ਪਾਉਣ ਦਾ ਯਤਨ ਕਰਨਾ ਚਾਹੀਦਾ, ਕਿਉਂਕਿ ਨਿਰੰਕਾਰ ਦੇ ਘਰ ਉੱਪਰ ਸੰਦੇਹ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਗੱਲਾਂ ਵੱਡੀਆਂ ਨੇ, ਸਾਡੇ ਚੇਤੇ ਦੇ ਵਿੱਚ ਨਹੀਂ ਆ ਸਕਦੀਆਂ। ਬਹੁਤ ਐਸੀਆਂ ਦੁਨਿਆਵੀ ਗੱਲਾਂ ਨੇ ਜਿਹੜੀਆਂ ਹੋ ਰਹੀਆਂ ਨੇ ਪਰ ਹੁਣ ਵੀ ਸਾਡੇ ਸਮਝ ਦੇ ਵਿੱਚ ਨਹੀਂ ਆ ਰਹੀਆਂ। ਮੈਂ ਫੇਰ ਇੰਟਰਨੈਟ ਤੇ ਗੱਲ ਲੈ ਕੇ ਆਵਾਂ, ਇਹਨੂੰ ਸਮਝ ਕੇ ਵੇਖੋ, ਤੁਸੀਂ ਇਸ ਨੂੰ ਦੇਖੋ। ਤੁਸੀਂ 1 ਸੈਕਿੰਡ ਦੇ ਵਿੱਚ ਤੁਸੀਂ ਇੱਥੋਂ ਕਲਿੱਕ ਕੀਤਾ, ਤੁਹਾਡੀ ਫੋਟੋ ਹਜ਼ਾਰਾਂ ਕਿਲੋਮੀਟਰ ਦੂਰ ਦੁਨੀਆ ਦੇ ਦੂਜੇ ਕੋਨੇ ਵਿੱਚ ਪਹੁੰਚ ਜਾਣੀ ਹੈ। ਹਾਊ ਇਟ ਪੋਸੀਬਲ, ਕਿੱਦਾਂ ਪੋਸੀਬਲ ਹੋ ਸਕਦਾ? ਪਹਿਲਾਂ ਇਸ ਗੱਲ ਦਾ ਨਤੀਜਾ ਕੱਢ ਕੇ ਵੇਖੋ। ਜੇ ਇਹ ਗੱਲ ਪੋਸੀਬਲ ਹੋ ਸਕਦੀ ਹੈ ਤਾਂ ਦੁਨੀਆ ਵਿੱਚ ਸਭ ਕੁਝ ਪੋਸੀਬਲ ਹੋ ਸਕਦਾ ਹੈ, ਬਸ ਬਾਸ਼ਰਤ ਉਹ ਨਿਰੰਕਾਰ ਦੇ ਘਰ ਦੇ ਵਿੱਚੋਂ ਵਰੋਸਾਈ ਗੱਲ ਹੋਵੇ। ਏਡੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ, ਰਹਿਮਤ ਦੇ ਵਿੱਚ ਵਾਪਰਦੀ ਹੈ। ਸਾਡੀ ਇਸ ਓਰੇ ਦੇ ਵਿੱਚ ਬੜਾ ਕੁਝ ਇਦਾਂ ਦਾ ਹੋ ਰਿਹਾ ਜਿਸ ਨੂੰ ਅਸੀਂ ਸਮਝਣ ਲੱਗਿਆਂ ਸਮਝ ਨਹੀਂ ਸਕਾਂਗੇ, ਪਰ ਜਦੋਂ ਨਿਰੰਕਾਰੀ ਕਿਰਪਾ ਨਾਲ ਉਸ ਨੂੰ ਵੇਖਣ ਦਾ ਯਤਨ ਕਰਾਂਗੇ ਤੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਬਹੁਤ ਵੱਡੀ ਵੱਡੀ ਜਿਹੜੀ ਹੈ ਉਹ ਰਹਿਮਤ ਵਰਸਾ ਦਿੰਦਾ ਹੈ। ਨਿਰੰਕਾਰ ਅਕਾਲ ਪੁਰਖ ਦੀ ਕਿਰਪਾ ਕਿਸੇ ਤੋਂ ਅੱਖਾਂ ਤੇ ਖੋਹ ਲੈਂਦਾ ਹੈ, ਪਰ ਦਿਮਾਗ ਦੀ ਤਾਕਤ ਉਸ ਨੂੰ ਹੋਰ ਦੁੱਗਣੀ ਬਖਸ਼ ਦਿੰਦਾ ਹੈ। ਆਪ ਜੀ ਕੀਰਤਨ ਸਰਵਣ ਕਰਦੇ ਹੋ, ਮੇਰੇ ਬੜੇ ਪਿਆਰੇ ਅਜੀਜ਼ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ, ਵੇਖੋ ਅੱਖਾਂ ਉਹਨਾਂ ਦੇ ਹੈ ਨਹੀਂ, ਦਿਖਦਾ ਉਹਨਾਂ ਨੂੰ ਹੈ ਨਹੀਂ, ਪਰ ਗੁਰੂ ਦੀ ਕੈਸੀ ਕਿਰਪਾ ਹੈ, ਸੁਣ ਸੁਣ ਕੇ ਉਹਨਾਂ ਨੇ ਸਾਰੇ ਸ਼ਬਦ ਯਾਦ ਕੀਤੇ ਨੇ। ਸਾਰੇ ਸ਼ਬਦ ਉਹਨਾਂ ਨੂੰ ਇੱਕ ਸਿੰਘ ਬਹਿ ਕੇ ਪਹਿਲਾਂ ਸੁਣਾਉਂਦਾ ਵੀ ਭਾਈ ਸਾਹਿਬ ਇਹ ਸ਼ਬਦ ਹੈ, ਫਿਰ ਉਹਨਾਂ ਨੇ ਉਹ ਸ਼ਬਦ ਪਹਿਲਾਂ ਸੁਣੇ, ਫਿਰ ਸੁਣ ਕੇ ਉਹਨਾਂ ਨੂੰ ਯਾਦ ਕੀਤਾ ਤੇ ਯਾਦ ਕਰਕੇ ਹੁਣ ਉਹਨਾਂ ਤੋਂ ਭਾਈ ਸਾਹਿਬ ਤੋਂ ਕੋਈ ਪੰਕਤੀ ਤੁਸੀਂ ਕਦੇ ਮਰਜ਼ੀ ਪੁੱਛ ਲਓ, ਸਾਨੂੰ ਅੱਖਾਂ ਵਾਲਿਆਂ ਨੂੰ ਮੋਬਾਈਲ ਰੱਖਣਾ ਪੈਂਦਾ, ਪਰ ਉਸ ਮਨਾਖੇ ਨੂੰ ਇਸ ਦੀ ਲੋੜ ਨਹੀਂ, ਕਿਉਂਕਿ ਨਿਰੰਕਾਰ ਨੇ ਉਹਦੇ ਦਿਮਾਗ ਦੇ ਵਿੱਚ ਅੱਖਾਂ ਲਾ ਰੱਖੀਆਂ ਨੇ। ਬਹੁਤ ਰਾਗੀ ਗੁਰੂ ਕੇ ਪਿਆਰੇ, ਕਿਸੇ ਤੇ ਤਰਕ ਨਹੀਂ ਹੈ, ਕਿਸੇ ਤੇ ਸਵਾਲ ਨਹੀਂ ਹੈ, ਚਲੋ ਬਾਣੀ ਸ਼ੁੱਧ ਪੜ੍ਹੀ ਜਾਂਦੀ ਹੈ ਵੇਖ ਕੇ, ਕੋਈ ਵੱਡੀ ਗੱਲ ਨਹੀਂ, ਪਰ ਸਾਨੂੰ ਅੱਖਾਂ ਵਾਲਿਆਂ ਨੂੰ ਮੋਬਾਈਲ ਤੋਂ ਪੜ੍ਹਨਾ ਪੈਂਦਾ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਨਾ ਜੀ, ਅਸੀਂ ਅੱਖਾਂ ਵਾਲੇ, ਸਾਨੂੰ ਮੋਬਾਈਲ ਤੋਂ ਦੇਖ ਕੇ ਬਾਣੀ ਪੜ੍ਹਨੀ ਪੈਂਦੀ ਹੈ, ਪਰ ਉਹ ਮੁਨਾਖਾ ਹੈ, ਉਹ ਸੂਰਮਾ ਹੈ, ਪੰਜਾਬੀ ਵਿੱਚ ਉਹਦੇ ਅੱਖਾਂ ਨਹੀਂ ਹੈ, ਪਰ ਉਹ ਫੇਰ ਵੀ ਉਹਨੂੰ ਜਦੋਂ ਕੋਈ ਆਖੋ ਭਾਈ ਸਾਹਿਬ ਆਹ ਸ਼ਬਦ ਫਰਮਾਇਸ਼ ਦਾ ਹੈ, ਉਹ ਇਹ ਨਹੀਂ ਕਹਿੰਦੇ ਮੈਨੂੰ ਲੱਜ ਨਹੀਂ ਰਿਹਾ, ਉਹ ਨਾਲ ਦੀ ਨਾਲ ਉਹ ਸੁਰਾਂ ਨੂੰ ਛੇੜ ਕੇ ਉਹ ਸ਼ਬਦ ਗਾਇਨ ਕਰ ਦਿੰਦੇ ਨੇ। ਹੁਣ ਇਹ ਗੱਲ ਨੂੰ ਸਮਝੋ, ਕਿਵੇਂ ਸਮਝ ਸਕਦੇ ਆ ਆਪਾਂ? ਨਿਰੰਕਾਰ ਦੀ ਵਡਿਆਈ ਕੀ ਕਰ ਸਕਦਾ ਨਿਰੰਕਾਰ, ਕੀ ਮਹਾਰਾਜ ਅਕਾਲ ਪੁਰਖ ਕੀ ਰਹਿਮਤ ਕਰ ਸਕਦਾ, ਇਹ ਉਹੋ ਹੀ ਜਾਣਦਾ ਹੈ। ਉਹ ਪਰਮੇਸ਼ਰ ਦੇ ਘਰ ਦੀ ਵਡਿਆਈ ਬਹੁਤ ਪਿਆਰੀ ਹੈ। ਮਹਾਰਾਜ 5 ਕੁ ਸਾਲਾਂ ਦੀ ਉਮਰ ਦੇ ਨੇ, ਘਰ ਵਿੱਚੋਂ ਵਸਤਰ, ਮਹਾਰਾਜ ਜੀ ਭਾਂਡੇ, ਹੋਰ ਮਾਇਆ ਇਤਿਆਦਿਕ ਲੈ ਜਾਂਦੇ ਨੇ। ਇਸ ਕਰਕੇ ਨਹੀਂ ਕਿ ਮਹਾਰਾਜ ਨੂੰ ਸਮਝ ਨਹੀਂ ਹੈ, ਮਹਾਰਾਜ ਇਸ ਕਰਕੇ ਲੈ ਕੇ ਜਾਂਦੇ ਨੇ, ਮੇਰੇ ਪਿਓ ਪਟਵਾਰੀ ਨੂੰ ਨਿਰੰਕਾਰ ਨੇ ਬੜਾ ਦਿੱਤਾ ਹੈ, ਇਹ ਬੜਾ ਹੁਣ ਕਿਸੇ ਦਾ ਸਹਾਰਾ ਬਣ ਸਕੇ, ਇਸ ਕਰਕੇ ਇੱਥੋਂ ਚੁੱਕ ਕੇ ਮੈਂ ਉੱਥੇ ਲੈ ਜਾਣਾ। ਇਹੋ ਹੀ ਤੇ ਮਹਾਰਾਜ ਨੇ ਸਾਨੂੰ ਸਿਖਾਇਆ ਵੀ ਸਿੱਖਾ ਤੈਨੂੰ ਨਿਰੰਕਾਰ ਨੇ 10 ਦਿੱਤੇ ਨੇ, ਘੱਟੋ ਘੱਟ ਇੱਕ ਤਾਂ ਗੁਰੂ ਦੇ ਨਾਂ ਤੇ ਖਰਚਿਆ ਕਰਨਾ। ਮੈਂ ਅੱਗੇ ਵੀ ਕਈ ਗੁਰਮੁਖਾਂ ਨਾਲ ਵਿਚਾਰ ਕਰਨਾ, ਕਿਸੇ ਦੀ ਤਨਖਾਹ ਹੋਵੇ 10,000, ਉਹਨੂੰ 1000 ਕੱਢਣਾ ਔਖਾ ਲੱਗਦਾ, ਸੱਚੀ ਔਖਾ ਲੱਗੇਗਾ। 9000 ਰਹਿ ਗਿਆ, ਪਰ ਚਲੋ ਜੇ ਗੁਰੂ ਦਾ ਤੇ ਫਿਰ ਕੁਝ ਵੀ ਜ਼ਿਆਦਾ ਨਹੀਂ, ਫਿਰ ਤਾਂ 10 ਦਾ 10 ਵੀ ਨਹੀਂ ਜ਼ਿਆਦਾ ਲੱਗੇਗਾ। ਪਰ 7 ਮਹਾਂਪੁਰਖ ਬਚਨ ਕਰਦੇ ਹੋ, ਕਹਿਣ ਲੱਗੇ ਦਸਵੰਧ ਏਦਾਂ ਕੱਢ ਲਿਆ ਕਰੋ, ਮੰਨ ਲਓ ਤੁਸੀਂ 10,000 ਕਮਾਉਂਦੇ ਹੋ,
ਮੰਨ ਲਓ ਸਪੋਜ਼ ਦੈਨ 10 ਤਾਂ ਨਹੀਂ ਕਮਾਉਂਦੇ, ਸਾਰੇ ਲੱਖਾਂ ਵਿੱਚ ਕਮਾਉਂਦੇ ਆ ਆਪਾਂ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਦੋਂ ਦਸਵੰਧ ਕੱਢਣ ਲੱਗੋ, ਤੁਸੀਂ 10 ਕਮਾਉਂਦੇ ਹੋ, ਤੁਸੀਂ ਕਮਾਈ ਵਿੱਚੋਂ ਦਸਵੰਧ ਨਾ ਕੱਢੋ। ਮੰਨ ਲਓ ਤੁਹਾਡਾ ਸਾਰੇ ਮਹੀਨੇ ਦਾ ਕੁੱਲ ਮਿਲਾ ਕੇ ਖਰਚਾ 8000 ਹੋ ਗਿਆ ਤੇ ਪਿੱਛੇ ਬਚਤ ਜਿਹੜੀ 2000 ਰੁਪਇਆ ਬਚ ਗਈ ਨਾ, ਘੱਟੋ ਘੱਟ ਉਸ 2000 ਵਿੱਚੋਂ ਤੁਸੀਂ 200 ਰੁਪਇਆ ਹੀ ਪੂਰਾ ਕੱਢਣਾ ਹੈ। ਇਹ ਆਪਣੇ ਚਿੱਤ ਚੇਤੇ ਵਿੱਚ ਖਿਆਲ ਰੱਖਣਾ ਹੈ। ਔਰ ਜੇ ਤੁਸੀਂ ਦਸਵੰਧ ਪੂਰਾ ਨਹੀਂ ਕੱਢ ਸਕਦੇ ਤਾਂ ਗੁਰੂ ਤੋਂ ਦਾਤ ਪੂਰੀ ਮੰਗਣ ਦੇ ਅਧਿਕਾਰੀ ਆਪਾਂ ਨਹੀਂ ਹਾਂ। ਆਪਾਂ ਗੁਰੂ ਨੂੰ ਦੇਵਾਂਗੇ ਪੂਰਾ, ਮਹਾਰਾਜ ਮੰਗਦਾ ਨਹੀਂ ਹੈ। ਮੈਂ ਕਿਸੇ ਸੱਤ ਮਹਾਂਪੁਰਖਾਂ ਨੂੰ ਆਖਿਆ, ਮੈਂ ਮਹਾਂਪੁਰਖੋ ਤੁਸੀਂ ਸਾਨੂੰ ਸਿੱਧਾ ਹੀ ਕਹਿ ਦਿੰਦੇ ਹੋ ਮੈਨੂੰ 2000 ਰੁਪਇਆ ਦੇ, ਇੰਨੀ ਜ਼ਮੀਨ, ਇੰਨਾ ਕੁਝ, ਇੰਨਾ ਸਾਰਾ ਕੁਝ ਤੁਹਾਡੇ ਕੋਲੇ, ਮੇਰੇ 2000 ਨਾਲ ਤੁਹਾਡਾ ਕੀ ਬਣ ਜਾਣਾ, ਮੇਤੋਂ ਕਿਉਂ ਮੰਗਦੇ ਹੋ, ਤੁਹਾਨੂੰ ਲੋੜ ਤੇ ਹੈ ਨਹੀਂ। ਉਹ ਕਹਿਣ ਲੱਗੇ ਸੱਚੀ ਮੈਨੂੰ ਲੋੜ ਨਹੀਂ ਹੈ, ਪਰ ਤੈਨੂੰ ਲੋੜ ਹੈ, ਇਸ ਕਰਕੇ ਤੇਰੇ ਤੋਂ ਮੈਂ ਮੰਗ ਲੈਣਾ। ਕਾਰਨ ਇਹ, ਮੈਂ ਤੇਰੇ ਤੋਂ ਨਹੀਂ ਮੰਗਾਂਗਾ, ਤੂੰ 2000 ਦੀ ਥਾਂ ਤੇ ਤੂੰ 100 ਰੁਪਇਆ ਵੀ ਨਹੀਂ ਖਰਚਣਾ, ਪਰ ਮੇਰੇ ਮੰਗਿਆਂ ਤੇ ਦੇ ਦੇਂਗਾ। ਹੁਣ ਮੇਰਾ ਫਰਜ਼ ਬਣਦਾ ਜੇ ਤੁਸੀਂ ਸਾਡੇ ਨਾਲ ਤੁਰੇ ਜੇ ਤੇ ਤੁਹਾਡਾ ਦਸਵੰਧ, ਤੁਹਾਡੀ ਸੇਵਾ ਕਿਵੇਂ ਲੇਖੇ ਲਵਾਉਣੀ ਹੈ, ਇਹ ਸਾਡਾ ਫਰਜ਼ ਬਣਦਾ ਹੈ। ਮੈਨੂੰ ਤੇਰੇ 2000 ਦੀ ਲੋੜ ਨਹੀਂ, ਈਵਨ ਮੈਨੂੰ ਤੇਰੇ 2 ਲੱਖ ਦੀ ਵੀ ਲੋੜ ਨਹੀਂ ਹੋਏਗੀ, ਨਾ ਗੁਰੂ ਨੂੰ ਲੋੜ ਹੈ। ਇਹ ਵੀ ਯਾਦ ਰੱਖਿਓ, ਗੁਰੂ ਨੂੰ ਲੋੜ ਨਹੀਂ ਹੈ। ਕਿਤੇ ਆਪਾਂ ਆਖੀਏ ਗੁਰੂ ਮਹਾਰਾਜ ਮੰਗਦਾ ਸਾਡੇ ਤੋਂ, ਮਹਾਰਾਜ ਨਹੀਂ ਮੰਗਦਾ। ਮਹਾਰਾਜ ਕਹਿੰਦਾ ਸਿੱਖਾ, ਜੇ ਬੂਟੇ ਨੂੰ ਪਾਣੀ ਨਹੀਂ ਦੇ ਸਕਦਾ ਫਿਰ ਫਲਾਂ ਦੀ ਆਸ ਨਾ ਰੱਖ। ਬੂਟਾ ਲਾ ਦਿੱਤਾ ਕੋਈ ਵੱਡੀ ਗੱਲ ਨਹੀਂ, ਸੰਭਾਲ ਵੱਡੀ। ਇਸ ਕਰਕੇ ਮਹਾਰਾਜ ਬਾਣੀ ਚ ਕਹਿੰਦੇ ਨੇ, ਕਹਿੰਦੇ ਸੇਵਾ ਥੋਰੀ ਮੰਗਣ ਬਹੁਤਾ, ਮੈਲ ਨਾ ਪਾਵੈ ਕਹਿ ਤੋ ਪਉਤਾ। ਤੂੰ ਦੇ ਕੇ ਰੁਪਈਆ ਮਹਾਰਾਜ ਤੋਂ ਸਾਰਾ ਕੁਝ ਹੀ ਮੰਗ ਲੈਣਾ। ਰੱਬ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਮੰਗਦਾ ਨਹੀਂ ਹੈ, ਨਾ ਕੋਈ ਹੋਰ ਮੰਗੇ ਤੁਹਾਡੇ ਤੋਂ। ਜੋ ਮੰਗਦਾ ਹੈ, ਜੇ ਮੈਂ ਤੁਹਾਡੇ ਤੋਂ ਮੰਗਦਾ ਤੇ ਮੈਂ ਮੰਗਤਾ, ਮੇਰੀ ਇਹ ਭੁੱਖ ਪੁਣਾ ਹੈ, ਮੇਰਾ ਨੰਗ ਪੁਣਾ ਹੋਏਗਾ। ਪਰ ਗੁਰੂ ਏਡਾ ਰਜਾ ਦਿੰਦਾ ਹੈ, ਗੁਰੂ ਏਡੀ ਕਿਰਪਾ ਕਰ ਦਿੰਦਾ ਹੈ, ਤੁਸੀਂ ਚਿੱਤ ਚੇਤੇ ਦੇ ਵਿੱਚ ਖਿਆਲ ਪ੍ਰਗਟ ਕਰੋ। ਮਹਾਰਾਜ ਕਹਿਣ ਲੱਗੇ ਜੇ ਤੂੰ ਮੇਰਾ ਹੋ ਕੇ ਚੱਲੇਗਾ, ਹੁਕਮ ਦੇ ਅਨੁਸਾਰ ਚੱਲੇਗਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇਧਾ ਅਧਿਕਾਈ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਇੱਕ ਮੰਗੇਗਾ ਤੇ ਮੈਂ ਤੈਨੂੰ ਹਜ਼ਾਰਾਂ ਦੇਣ ਦੀ ਸਮਰੱਥਾ ਰੱਖਦਾ। ਮੇਰੇ ਤੇ ਕੋਲੇ ਕੋਈ ਘਾਟਾ ਨਹੀਂ ਹੈ। ਮਹਾਰਾਜ ਕਹਿੰਦੇ ਇਹਦੇ ਕੋਲੇ ਸਭ ਕੁਝ ਹੈ, ਇਸ ਨਿਰੰਕਾਰ ਦੇ ਘਰ ਵਿੱਚ ਸਭ ਕੁਝ ਹੈ। ਜਿਸ ਦੇਹੇ ਸੋ ਪਾਵੇ। ਹੁਣ ਮਿਲੇਗਾ ਤਾਂ ਉਹਨੂੰ ਨਾ ਜਿਹੜਾ ਪ੍ਰਾਪਤ, ਜਿਹਨੂੰ ਮਹਾਰਾਜ ਦੇਗਾ ਕਿਹਨੂੰ, ਜਿਹੜਾ ਮਹਾਰਾਜ ਨਾਲ ਅੱਬੂ ਪ੍ਰੀਤਮ ਨਾਲ ਆਪਣੀ ਆੜੀ ਪਾ ਲਏਗਾ, ਪਿਆਰ ਪਾ ਲਏਗਾ, ਇਸ ਦੇ ਨਾਲ ਆਪਣਾ ਮੁਹੱਬਤ ਪਾ ਲਏਗਾ। ਇਹ ਮੁਹੱਬਤਨਾਮੇ ਦੇ ਵਿੱਚ ਲਿਖਿਆ ਜਾਂਦਾ ਹੈ, ਇਹ ਗੁਰੂ ਦੇ ਘਰ ਦਾ ਮੁਹੱਬਤਨਾਮਾ ਹੈ। ਐ ਸਿੱਖਾ, ਤੈਨੂੰ ਮੇਰੇ ਤੇ ਕੁਰਬਾਨ ਹੋਣ ਦੀ ਲੋੜ ਨਹੀਂ, ਜ਼ਰੂਰੀ ਨਹੀਂ ਤੂੰ ਪਤੰਗਾ ਤੇ ਮੈਂ ਲਾਟ ਹਾਂ, ਤੂੰ ਮੱਚੇਗਾ ਨਹੀਂ ਸਿੱਖਾ। ਜਿਸ ਦਿਨ ਤੈਨੂੰ ਲੋੜ ਪਈ ਗੁਰੂ ਆਪ ਤੇਰੇ ਵਾਸਤੇ ਆਪਣਾ ਸੀਸ ਕਟਾਉਣ ਦੀ ਸਮਰੱਥਾ ਰੱਖਦਾ ਹੈ। ਇਹ ਉਹ ਘਰ ਨਹੀਂ ਕਿ ਪਤੰਗਾ ਸੜ ਜਾਏਗਾ ਪਰ ਦੀਵੇ ਦੀ ਲਾਟ ਨੂੰ ਕੋਈ ਫਰਕ ਨਹੀਂ ਪੈਂਦਾ। ਕਹਿਣ ਲੱਗੇ ਇਹ ਇੱਕ ਪਾਸੜ ਪਿਆਰ ਨਹੀਂ ਹੈ ਸਿੱਖਾ, ਮੈਨੂੰ ਲੋੜ ਪਈ ਤੂੰ ਮੇਰੇ ਤੋਂ ਆਪਣਾ ਆਪ ਵਾਰਿਆ। ਹੁਣ ਯਾਦ ਰੱਖੀ, ਜਿਸ ਦਿਨ ਤੈਨੂੰ ਲੋੜ ਪਏਗੀ ਗੁਰੂ ਤੇਰੇ ਤੋਂ ਆਪਣਾ ਆਪ ਵਾਰਨ ਦੀ ਸਮਰੱਥਾ ਰੱਖਦਾ ਹੈ। ਸਾਡੇ ਇਤਿਹਾਸ ਨੇ ਸਾਰਾ ਕੁਝ ਦੱਸਿਆ। ਮੈਂ ਪਰਤਾਂ ਵਾਪਸ ਆਪਣੇ ਵਿਸ਼ੇ ਤੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਇਹ ਗੁਰੂ ਦੀ ਵਡਿਆਈ ਹੈ। ਮਹਾਰਾਜ ਕਦੇ ਭਾਂਡੇ, ਕਦੇ ਵਸਤਰ, ਕਦੇ ਮਾਇਆ ਚੁੱਕ ਕਰਕੇ ਉਹਨਾਂ ਨੂੰ ਦੇ ਦਿੰਦੇ ਨੇ ਜਿਹੜੇ ਲੋੜਵੰਦ ਨੇ। ਇਸ ਕਰਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਿੱਤੇ ਗੁਰੂ ਨਾਨਕ ਟੁੱਟ ਗਿਆ, ਯਾਦ ਰੱਖਿਓ ਦੁਨੀਆ ਇੱਕ ਪਾਸੇ, ਗੁਰੂ ਨਾਨਕ ਦਾ ਪਿਆਰਾ ਇੱਕ ਪਾਸੇ, ਦੁਨੀਆ ਇੱਕ ਪਾਸੇ, ਦੁਨੀਆ ਦੀ ਫੌਜ ਇੱਕ ਪਾਸੇ, ਗੁਰੂ ਨਾਨਕ ਦਾ ਆਸ਼ਿਕ ਇੱਕ ਪਾਸੇ। ਗੁਰੂ ਨਾਨਕ ਆਪਣੀ ਮੁਹੱਬਤ ਦੇ ਵਿਖਾਉਂਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰਾ ਕੋਈ ਕੁਝ ਨਹੀਂ ਵਿਗਾੜ ਸਕੇਗਾ, ਪਰ ਤੂੰ ਆਪਣੇ ਗੁਰੂ ਦੇ ਨਾਲ ਆਪਣਾ ਪਿਆਰ, ਆਪਣੇ ਚਰਨਾਂ, ਗੁਰੂ ਦੇ ਚਰਨਾਂ ਦੇ ਨਾਲ ਆਪਣੀ ਮੋਹ ਮੁਹੱਬਤ ਸੱਚੀ ਧਾਰ ਕੇ ਰੱਖੀ। ਇਦਾਂ ਕਰਕੇ ਕਵੀ ਜੀ ਲਿਖਣਾ ਕਰਦੇ, ਆਪਾਂ ਬਿਆਨ ਕਰਨਾ ਕਰਦੇ। ਇਹ ਵੀ ਨਿਰੰਕਾਰੀ ਬੋਲ ਨੇ,
ਮੈਂ ਆਪਣੀ ਤਰਫੋਂ ਨਹੀਂ ਬੋਲਦਾ, ਜੋ ਪਾਤਸ਼ਾਹ ਬੁਲਾਉਂਦੇ ਨੇ। ਇੱਕ ਜਰੀਆ ਮਹਾਰਾਜ ਨੇ ਬਣਾਇਆ ਹੈ, ਉਹ ਫੂਕਾਂ ਮਾਰੀ ਜਾਂਦਾ ਹੈ, ਮੈਂ ਉਹਦੀ ਕਠਪੁਤਲੀ ਹਾਂ। ਜਿਵੇਂ ਉਹ ਨਚਾਈ ਜਾਂਦਾ ਤਿਵੇਂ ਮੈਂ ਨੱਚੀ ਜਾਨਾ, ਜਿਵੇਂ ਉਹ ਬੁਲਾਈ ਜਾਂਦਾ ਤਿਵੇਂ ਮੈਂ ਬੋਲੀ ਜਾਨਾ। ਗਲਤੀਆਂ ਗੁਸਤਾਖੀਆਂ ਮੇਰੀਆਂ, ਗੁਣ ਮੇਰੇ ਪਾਤਸ਼ਾਹ ਦਾ ਜਾਣ ਕੇ ਆਪਣੇ ਹਿਰਦੇ 'ਚ ਵਸਾਇਓ। ਆਓ ਨਿਰੰਕਾਰ ਹਜ਼ੂਰ ਜੀ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਔਰ ਆਪਣੀ ਜ਼ਬਾਨੋਂ ਆਖੀਏ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਤਾਰ ਪਿਤਾ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੇਰੇ ਅੱਬੂ ਪ੍ਰੀਤਮ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਤਿਗੁਰੂ ਰਸਨਾਪੁਰ ਸੁਭਾਏ ਮਾਨ ਰਹਿਣ, ਕਿਰਪਾ ਕਰਨ ਦਿਮਾਗ ਨੂੰ ਰੋਸ਼ਨਤਾਈ ਬਖਸ਼ਣ। ਸੁਣ ਸੁਣਾਉਣ ਵਾਲਿਆਂ ਨੂੰ ਆਪਣੇ ਸੱਚੜੇ ਘਰ ਦੀ ਮਹਾਰਾਜ ਖਿੱਚ ਪਾ ਕਰਕੇ ਰੱਖਣ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਪ੍ਰੇਮ ਦੀ ਭਾਵਨਾ ਦੀ ਸ਼ਰਧਾ ਦੀ ਮਹਾਰਾਜ ਜੀ ਦਾਤ ਬਖਸ਼ਣ। ਭੁੱਲ ਚੁੱਕ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੂਸਾ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ, ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਕ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੁਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸਿਆ। ਜਿਨੇਸ਼ਾਂ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਵਡਿਆਈਆਂ ਕਹਿ ਨਾਨ ਸੁਨੋ ਸੰਤੋ। ਸ਼ਬਦ ਧਰੁ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚੋ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ
ਤੁਰ ਕਰਮ ਪਾਏ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੁ